सतगुरु नानक प्रगटिया मिट्टी तुंद जग जानन हो
वाहिगुरु। तुमरी शरण तुम्हारी आसा, तुम ही सज्जन सुहेले। राखो राखन हार दयाला, नानक घर के बोले। दीन दर्द दुख पंजना, कट कट नाथ अनाथ। शरण तुम्हारी आयो नानक के प्रभ साथ। पूरा प्रभ आराध्या पूरा जाका नाओ, नानक पूरा पाया पूरे के गुण गाओ। आप मुक्त मुक्त करे संसार, नानक तिस जन कहो सदा नमस्कार सदा नमस्कार। परम सन्मानयोग सतपुरां दी साजियो नमाजी साध संगत जी, आप बहुत ਵੱਡੇ ਭਾਗਾਂ ਵਾਲੇ ਹੋ ਜਿਹੜੇ ਅੱਜ ਆਪਣਾ ਸਰੀਰ ਗੁਰੂ ਕੀ ਪਾਵਨ ਔਰ ਪਵਿੱਤਰ ਨਿੱਗੀ ਗੋਦ ਵਿੱਚ ਜੋੜ ਕਰਕੇ ਆਪਣੇ ਮਨ ਨੂੰ ਆਪਣੇ ਧਨ ਨੂੰ ਪਵਿੱਤਰ ਕਰਨ ਦਾ ਉਪਰਾਲਾ ਕਰ ਰਹੇ ਜੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਕਿਰਪਾ ਕੀਤੀ, ਰਹਿਮਤ ਕੀਤੀ ਸਾਡੇ ਤੇ। ਤਰਸ ਪਿਆ ਮੇ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਅੱਜ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਵਰਤੀ ਹੈ, ਉਹਨਾਂ ਦੀ ਕਿਰਪਾ ਵਰਸ ਰਹੀ ਹੈ ਖਾਲਸਾ ਦੀ ਆਪਣੇ ਉੱਪਰ। ਆਪਾਂ ਸਾਰੇ ਇਲਾਕਾ ਨਿਵਾਸੀ, ਨਗਰ ਨਿਵਾਸੀ, ਸਮੁੱਚੀ ਸਾਧ ਸੰਗਤ जुड़ करके रल करके इस बाजपुर दी धरती ते सतगुरां दा पावन पितर दरबार ठाठ नानकसर साहिब बड़े प्यार सत्कार दे नाल श्रीमान धन धन बाबा नानक सिंह साहिब जी, जिन्हां दा अज आपां 150 साल मनाउणा कर रहे हैं खालसा जी। उन्हां दीयां यादां ताज़ियां कर रहे हैं, वो गए नहीं, साडे कोल ने। अज उन्हां दी किरपा साडे उपर वरस रही है खालसा जी। जिन्हां ने उन्हां दे दर्शन दीदारे कीते, जिन्हां ने उन्हां दी संगत कीती, अज वो भी कर्मां वालियां रूहां ने। अज आपां उन्हां दी किरपा लैण वास्ते इस दरबार ते पहुंचे हैं। मेरे पातशाह दीन दयाल सतगुरु धन साहिब श्री गुरु नानक देव पातशाह महाराज, जिन्हां दे घर विच उन्हां दी बहुत वड्डी महानता। आप समूचियां संगतां जाणू हो, एक बार नहीं गुरु नानक पातशाह जी नूं गुरबाणी विच थां थां दोहराया गया। गुरु ग्रंथ साहिब जी दे विच साहिब श्री गुरु नानक देव पातशाह 974 शब्द ने, 974। मेरे पातशाह ने वो बाणी गाई इलाही धुर की, जिस बाणी नूं सुन के रीठे मिठे हो गए, जिस बाणी नूं सुन के सज्जन ठग वर्गियां दा उदार हो गया। वो सतगुरां दे सच्चे सज्जन बन गए। वो किरपा खालसा जी अपने उपर वरत रही है। समुचियां संगतां पावन पवित्र दरबार की हाजरी भर रहे हो। गजरौला बाजपुर की धरती ते आप समुची संगत जुड़ बैठे हो। सतगुर सच्चे पातशाह महाराज किरपा करन, सारी संगत की हाजरी दर प्रवान करन। गुरु गरीब नवाज अपनी सारे की हाजरी अपने दर ते प्रवान करन। साधु है खालसा जी जेड़ा, जिस साधु ने इस धरती ते जन्म लिया, वो साधु की मां नूं बार-बार प्रणाम है। माता सदा कौर
ਸਤਿਕਾਰਯੋਗ ਪਿਤਾ ਜੀ ਜੈ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਬਾਗ ਫੁਲਵਾੜੀ ਨੂੰ ਭਾਗ ਲੱਗੇ। ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਸਾਹਿਬ ਜੀ ਹੋਣਾ ਵੱਲੋਂ ਮਾਨ ਸਨਮਾਨ ਆਇਆ। मैं दिल ਦੀਆਂ ਗਹਿਰਾਈਆਂ 'ਚ ਉਹਨਾਂ ਦਾ ਧੰਨਵਾਦ ਕਰਾਂ। ਜਿੰਨੀ ਸੰਗਤ ਸੱਜ ਬੈਠੀ ਹੈ ਬੜੇ ਪਿਆਰ ਨਾਲ ਸਜਿਓ। ਖਾਲਸਾ ਦੀ ਇਕਾਗਰਤਾ ਬਣਾਇਓ। ਇਕਾਗਰਤਾ ਦੇ ਨਾਲ ਬੁਲਾਰੇ ਨੂੰ ਬਹੁਤ ਉਤਸ਼ਾਹ ਮਿਲਦਾ ਹੈ। ਆਪ ਪ੍ਰਭ ਵਰਗੀ ਸੰਗਤ ਬੜੀ ਦੂਰ ਦੂਰ ਤੋਂ ਚੱਲ ਕੇ ਆ ਰਹੀ ਜੇ। ਮੈਂ ਸਮੁੱਚੀ ਸੰਗਤ ਦੀ ਸਤਿਗੁਰਾਂ ਦੇ ਚਰਨਾਂ 'ਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਆਓ ਸਾਰੀ ਸੰਗਤ ਇੱਕ ਵਾਰ ਗੱਜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇੱਕ ਸ਼ਾਇਰ ਲਿਖਦਾ, ਕਹਿੰਦਾ ਸਾਗਰ ਸੁੱਕ ਜਾਂਦੇ ਗਰਮੀ ਜਦ ਪਵੇ ਬਹੁਤੀ। ਸਾਗਰ ਸੁੱਕ ਜਾਂਦੇ ਗਰਮੀ ਜਦ ਪਵੇ ਬਹੁਤੀ, ਪਰ ਬਾਣੀ ਦਾ ਸਾਗਰਾ ਸੁੱਕਦਾ ਨਹੀਂ। ਆ ਚੰਨ ਲੱਖਾਂ ਚੜ੍ਹਦਿਆਂ ਚੜ੍ਹਦਿਆਂ ਛਿਪ ਜਾਂਦੇ। ਆ ਚੰਨ ਲੱਖਾਂ ਚੜ੍ਹਦਿਆਂ ਚੜ੍ਹਦਿਆਂ ਛਿਪ ਜਾਂਦੇ, ਬਾਣੀ ਰੂਪ ਭੰਡਾਰ ਦਾ ਛਪਦਾ ਨਹੀਂ। ਇਹ ਦੌਲਤ ਖਜ਼ਾਨੇ ਜਿਸ ਚੀਜ਼ ਦਾ ਅੱਜ ਬੰਦਾ ਮਾਣ ਕਰਦਾ ਹੈ, ਇਹ ਦੌਲਤ ਖਜ਼ਾਨੇ ਨੇ ਮੁੱਕ ਜਾਂਦੇ। ਬਾਣੀ ਰੂਪ ਭੰਡਾਰ ਦਾ ਮੁੱਕਦਾ ਨਹੀਂ। ਮਨੋ ਕਾਮਨਾਵਾਂ ਸਭੇ ਹੋਮਨ ਪੂਰੀਆਂ, ਬਾਣੀ ਪੜਦਿਆਂ ਪਾਪ ਨੇੜੇ ਢੁਕਦਾ ਨਹੀਂ। ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਦੋਂ ਕੋਈ ਗੁਰਸਿੱਖ ਬਾਣੀ ਅਭਿਆਸ ਪੜਦਾ ਹੋਵੇ, ਗੁਰਬਾਣੀ ਦੇ ਨਾਲ ਆਪਣੀ ਵਿਧ ਜੋੜੀ ਹੋਵੇ ਖਾਲਸਾ ਜੀ, ਉਦੋਂ ਉਹਦੇ ਨੇੜੇ ਕੋਈ ਜੰਤਰ ਮੰਤਰ ਨਹੀਂ ਆਉਂਦਾ। ਕੇਵਲ ਉਹਦੀ ਅੰਦਰਲੀ ਤ੍ਰਿਸ਼ਨਾ ਗੁਰੂ ਦੇ ਚਰਨਾਂ ਨਾਲ ਜੁੜੀ ਹੁੰਦੀ ਹੈ। ਆਪ ਸਮੁੱਚੀ ਸੰਗਤ ਇਸੇ ਤਰ੍ਹਾਂ ਸਮਾਧੀਆਂ ਲਗਾ ਕੇ ਬੈਠੀ ਹੋ। ਮੈਂ ਆਪ ਜੀ ਦਾ ਕਦਰਦਾਨ ਹਾਂ। ਗੁਰੂ ਗਰੀਬ ਨਵਾਜ ਖਾਲਸਾ ਜੀ ਸਾਧੂ ਜਗ ਵਿੱਚ ਆਉਂਦੇ ਨੇ। ਸਾਧ ਬਚਨ ਅਟਲਾਦਾ ਜਗ ਵਿੱਚ ਆਣ ਕੇ ਉਹਨਾਂ ਨੂੰ ਪੂਜਿਆ ਜਾਂਦਾ। ਕਿਉਂ? ਉਸ ਮਾਂ ਨੂੰ ਵੀ ਬਾਰ-ਬਾਰ ਪ੍ਰਣਾਮ ਹੈ ਜਿਸ ਮਾਂ ਨੇ ਆਪਣੇ ਗਰਭ ਵਿੱਚ ਆਪਣਾ ਬੱਚਾ ਰੱਖ ਕੇ ਬਾਣੀ ਪੜ੍ਹ ਕੇ ਉਹਨੂੰ ਜਨਮ ਦਿੱਤਾ। ਪਹਿਲਾ ਗੁਰੂ ਹੈ ਖਾਲਸਾ ਜੀ ਮਾਂ ਬੱਚੇ ਦੀ। ਮਾਂ ਜੈਸਾ ਉਹਨੂੰ ਢਾਲ ਦੇਵੇ ਉਹ ਉਸੇ ਤਰ੍ਹਾਂ ਦਾ ਹੀ ਬਣ ਜਾਵੇਗਾ। ਉਸ ਮਾਂ ਨੂੰ ਬਾਰ-ਬਾਰ ਪ੍ਰਣਾਮ ਹੈ ਜਿਸ ਮਾਂ ਨੇ ਆਪਣੀ ਗੋਦ ਵਿੱਚੋਂ ਜਨਮ ਦਿੱਤਾ। ਇੱਕ ਸਾਧੂ ਨੂੰ ਦੁਨੀਆ ਤੇ ਆਏ ਜਾਮਾ ਇਹੀ ਹੈ 83,99,999 ਜੂਨਾ ਭੋਗ ਕੇ ਖਾਲਸਾ ਜੀ ਇੱਕ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਯਾਦ ਰੱਖਿਓ, ਸਰੀਰ ਇਹੀ ਮਿਲਿਆ। ਇਸ ਸਰੀਰ ਨੂੰ ਛਾਂਗਿਆ, ਸ਼ਿੰਗਾਰਿਆ, ਬਣਾਇਆ, ਭਗਤੀ ਕੀਤੀ, ਬੰਦਗੀ ਕੀਤੀ। ਉਸ ਭਗਤੀ ਦਾ ਰੰਗ ਅੱਜ ਆਲਵੜ ਦੇ ਅੰਦਰ ਚੜਿਆ ਹੋਇਆ ਹੈ। ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਨੀਂਦ ਨਹੀਂ ਵੇਖਿਆ, ਭੁੱਖ ਨਹੀਂ ਵੇਖੀ। ਖਾਲਸਾ ਜੀ ਸਾਧੂ ਨੀਂਦ ਤਿਆਗਦੇ ਨੇ, ਭੁੱਖ ਨੂੰ ਪਰੇ ਸੁੱਟ ਦਿੰਦੇ ਨੇ। ਐਵੇਂ ਨਹੀਂ ਕਹਿੰਦੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾਂ। ਜਿਨ੍ਹਾਂ ਉਸ ਰੱਬ ਨੂੰ ਪਾਇਆ ਹੋਵੇ, ਪਾਇਆ ਕਿੱਦਾਂ ਜਾਂਦਾ ਖਾਲਸਾ ਜੀ? ਦੁਨੀਆਦਾਰੀ ਦੇ ਧੰਦਿਆਂ ਨੂੰ ਛੱਡ ਕੇ, ਪੰਜ ਚੋਰਾਂ ਨੂੰ ਮਾਰ ਕੇ, ਕਾਮ ਕ੍ਰੋਧ ਲੋਭ ਹੰਕਾਰ ਝੂਠ ਨਿੰਦਿਆ ਚੁਗਲੀ ਨੂੰ ਤਿਆਗ ਕੇ ਫਿਰ ਉਸ ਰੱਬ ਨੂੰ ਪਾਇਆ ਜਾਂਦਾ ਜੇ। ਆਪ ਸਾਰੀ ਸੰਗਤ ਜਾਣਦੇ ਹੋ, ਮਹਾਪੁਰਖ ਜਦ ਬੈਠ ਜਾਂਦੇ ਸੀ ਚੌਂਕੜਾ ਲਾ ਕੇ, ਉਹ ਸੌਂਦੇ ਨਹੀਂ ਸੀ। ਐਵੇਂ ਨਹੀਂ ਗਾਇਆ ਜਾਂਦਾ, ਅੱਠੋਂ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬ ਦੇ ਪਿਆਰਿਆਂ ਦੀ ਸਮਾਧੀ ਲਾਉਣੀ ਪੈਂਦੀ ਹੈ। ਸੁਣਨ ਵਿੱਚ ਆਉਂਦਾ ਹੈ ਦਰਖਤ ਤੇ ਚੜ ਕੇ ਰੱਬ ਦਾ ਨਾਮ ਜਪਦੇ ਸੀ। ਜਦੋਂ ਇਹ ਸਰੀਰ ਰੂਪੀ ਨੂੰ ਨੀਂਦ ਆਉਂਦੀ ਸੀ, ਥੱਲੇ ਡਿੱਗਦੇ ਸੀ, ਥੱਲੇ ਜਲ ਹੁੰਦਾ ਸੀ ਪਾਣੀ। ਪਾਣੀ ਦੇ ਵਿੱਚ ਜਦੋਂ ਡਿੱਗਣਾ, ਦੁਬਾਰਾ ਫੇਰ ਉੱਪਰ ਚੜ ਜਾਣਾ, ਫਿਰ ਉਸ ਨਿਰੰਕਾਰ ਦਾ ਅੱਲਾ ਦੇ ਗੁਣ ਗਾਉਣੇ। ਮਹਾਰਾਜ ਵਿਸਰ ਨਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਕਿਰਪਾ ਕਰ ਫੇਰ ਮੈਨੂੰ ਸਮਤ ਬਖਸ਼, ਮੈਂ ਤੇਰੇ ਗੁਣ ਗਾਵਾਂ। ਅਨੇਕਾਂ ਉਦਾਹਰਨਾਂ ਨੇ ਉਹਨਾਂ ਦੀਆਂ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣਾਤ ਹੈ। ਖਾਲਸਾ ਜੀ ਅਸਮਾਨ ਦੇ ਤਾਰੇ ਸਾਇੰਸ ਖੋਜ ਕਰ ਸਕਦੀ ਹੈ, ਗਿਣ ਸਕਦੀ ਹੈ, ਪਰ ਜਿੰਨੀ ਦੁਨੀਆ
ਜਿੰਨੀ ਸੰਗਤ ਧੰਨ ਧੰਨ ਬਾਬਾ ਆਨੰਦ ਸਿੰਘ ਸਾਹਿਬ ਜੀ ਨੇ ਆਪਣੀ ਅਮੋਲਕ ਰਸਨਾ ਦੇ ਨਾਲ ਤਾਰ ਦਿੱਤੀ, ਉਹਨਾਂ ਦੀ ਗਿਣਤੀ ਕਦੇ ਨਹੀਂ ਹੋ ਸਕਦੀ। ਗੱਜ ਕੇ ਆਖੋ ਸਤਨਾਮ। ਆਓ ਉਹਨਾਂ ਸਾਧੂਆਂ ਦੀ ਕਰਨੀ ਨੂੰ ਬਾਰ ਪ੍ਰਣਾਮ ਕਰਦਾ ਹਾਂ, ਉਹਨਾਂ ਦੀ ਭਗਤੀ ਨੂੰ ਪ੍ਰਣਾਮ ਕਰਦਾ ਹਾਂ। ਆਪ ਸਾਰੀ ਰੱਬ ਵਰਗੀ ਸੰਗਤ ਉਹਨਾਂ ਦੇ ਪਾਵਨ ਪਿੱਤਰ ਦਰਬਾਰ ਤੇ ਜੁੜ ਬੈਠੇ ਹੋ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕਰਦੇ ਕਿ ਸ਼ਾਇਰ ਨੇ 4 ਲਾਈਨਾਂ ਬਾ ਕਮਾਲ ਲਿਖਿਆ, ਮੈਂ ਉਹ ਕਹਿ ਕੇ ਆਪ ਜੀ ਦੇ ਸਨਮੁਖ ਫਤਿਹ ਹਾਜ਼ਰ ਕਰਨੀ ਚਾਹੁੰਦਾ। ਉਹ ਕਹਿੰਦਾ ਗਿਆਨ ਦਾ ਰਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਬਈ ਕਿਰਨ 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 ਜਿਹਦੀ ਕੱਟਦੀ ਹਨੇਰਾ ਏ, ਸੱਚਖੰਡ ਨਿਕਲੀ ਲੋਸਾਨੀ ਤੇ ਰੂਹਾਨੀ ਗੰਗਾ, ਲਹਿਰ 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 ਜਿਹਦੀ ਵੰਡਦੀ ਸਵੇਰਾ ਏ। ਇੱਥੇ ਨਿਤ ਕੋਰੀਆਂ ਕੁਵਾਰੀਆਂ ਨੇਕ ਜਿੰਦਾ, ਜਾਤ ਪਾਤ ਰਹਤੇ ਮਨੁੱਖਤਾ ਦਾ ਡੇਰਾ ਏ। ਇੱਥੇ ਨਾ ਕੋ ਵੱਲ ਛਲ ਤੇਰ ਮੇਰ ਹੇਰ ਫੇਰ, ਇੱਥੇ ਨਾ ਕੋਈ ਵੱਲ ਛਲ ਤੇਰ ਮੇਰ ਹੇਰ ਫੇਰ। ਨਾਮ ਦੇ ਮਜੀਠੇ ਰੰਗ ਰੰਗ ਦਾ ਰੰਗੇਰਾ ਏ। ਸਤਨਾਮ ਬੋਲਦੇ ਨੇ ਜੋ ਤੇਰਾ ਤੇਰਾ ਕਹਿ ਕੇ ਤੋਲਦੇ ਨੇ। ਸਤਨਾਮ ਬੋਲਦੇ ਨੇ ਜੋ ਤੇਰਾ ਤੇਰਾ ਕਹਿ ਕੇ ਤੋਲਦੇ ਨੇ। ਅਕਾਲ ਦੀਆਂ ਮੋਦੀਆਂ ਦਾ ਇਹੋ ਮੋਦੀ ਖਾਨਾ ਏ, ਜਿੱਥੋਂ ਆ ਕੇ ਝੋਲੀਆਂ ਨੂੰ ਭਰ ਲੈ ਜੇ ਜੱਗ ਸਾਰਾ। ਗੁਰੂਆਂ ਦੀ ਬਾਣੀ ਅਤੇ ਜੋਤ ਦਾ ਖਜ਼ਾਨਾ ਏ। ਆਪ ਰੱਬ ਵਰਗੀ ਸੰਗਤ ਉਸ ਖਜ਼ਾਨੇ ਦੇ ਪਾਸ ਬੈਠਿਓ ਖਾਲਸਾ ਜੀ। ਦਿਨ ਦਿਆਂ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਉਹ ਬੰਦਾ ਮੰਗਣ ਵਾਲਾ ਹੋਵੇ, ਉਹਦੀ ਨੀਤ ਚੰਗੀ ਹੋਵੇ ਖਾਲਸਾ ਜੀ, ਭੰਡਾਰੇ ਭਰ ਜਾਂਦੇ ਨੇ ਦੌਲਤਾਂ ਸ਼ੌਹਰਤਾਂ ਦੇ ਨਾਲ। ਇਹ ਮਨ ਚੰਦੀਆਂ ਦੌਲਤਾਂ ਬਰਕਤਾਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਦੇ ਮੰਗ ਕੇ ਤਾਂ ਵੇਖੋ, ਜਿੰਨਾ ਮੰਗਿਆ ਇੱਕ ਮੰਗਿਆ ਪਰ 7 ਮੇਰੇ ਪਾਤਸ਼ਾਹ ਦੇ ਦਿੱਤੇ। ਮੰਗਿਆ ਇੱਕ ਸੀ, ਮੰਗਣ ਦੀ ਜਾਚ ਨਹੀਂ ਆਉਂਦੀ। ਉਹ ਤੂੰ ਜਿੱਥੇ ਲੱਭਦਾ ਫਿਰਦਾ ਇਨਸਾਨ ਬੰਦਿਆ, ਤੂੰ ਰੱਬ ਨੂੰ ਮੰਦਰ ਮਸੀਤਾਂ ਗੁਰਦੁਆਰੇ ਲੱਭਦਾ ਫਿਰਦਾ, ਰੱਬ ਤਾਂ ਤੇਰੇ ਅੰਦਰ ਬੈਠਾ। ਮਨ ਮੰਦਰ ਤਨ ਵੇਸ ਕਲੰਦਰ। ਸਾਡੇ ਅੰਦਰ ਸਾਰਾ ਕੁਝ ਹੈ, ਅਸੀਂ ਬਾਹਰ ਭਾਲਦੇ ਫਿਰਦੇ ਹਾਂ। ਆਪਣੇ ਮਨ ਨੂੰ ਸਾਧਨਾ ਕਰਨਾ। ਗੁਰੂ ਘਰ ਆਉਂਦੇ ਹੋ ਖਾਲਸਾ ਜੀ, ਮੈਂ ਪੰਥ ਦਾ ਢਾਡੀ ਹਾਂ, ਸੱਚ ਕਹਿਣ ਦਾ ਆਦੀ ਹਾਂ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨੀ ਹੈ। ਜੁੜਨਾ ਕਿਹਦੇ ਨਾਲ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਸ਼ਬਦ ਦੇ ਨਾਲ ਜੁੜਨਾ ਹੈ। ਸ਼ਬਦ ਨੂੰ ਵਾਚਣਾ ਹੈ, ਪੜ੍ਹਨਾ ਹੈ, ਆਪਣੀ ਜ਼ਿੰਦਗੀ ਦਾ ਉਦਾਰ ਹੋ ਜਾਵੇਗਾ ਖਾਲਸਾ ਜੀ। ਆਓ ਗੂੰਜ ਪਾਉਂਦਿਆਂ ਆਪ ਨਿਮਾਣ ਜੇ ਢਾਡੀ ਜੱਥੀ ਦੀ ਹਾਜ਼ਰੀ ਲਵਾਓ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪ ਪ੍ਰਭ ਵਰਗੀ ਸੰਗਤ ਜੁੜ ਬੈਠੇ ਹੋ, ਉੱਥੇ ਮੇਰੇ ਸਤਿਕਾਰਯੋਗ ਪਿਤਾ ਸਮਾਨ ਗਿਆਨੀ ਸਤਨਾਮ ਸਿੰਘ ਸਾਹਿਬ ਜੀ ਸੱਜ ਬੈਠੇ ਨੇ, ਜਿਨ੍ਹਾਂ ਦੇ ਹੋਣਹਾਰ ਲਾਇਕ ਬੱਚੇ ਸ਼ੁਰੂ ਤੋਂ ਇਸ ਦਰ ਘਰ ਦੇ ਨਾਲ ਜੁੜੇ ਹੋਏ ਨੇ ਖਾਲਸਾ ਜੀ। ਮੈਂ ਅਕਸਰ ਸਟੇਜ ਤੇ ਇਹ ਗੱਲ ਬੋਲਦਾ ਹੁੰਨਾ, ਉਹ ਕਰਮਾਂ ਵਾਲਾ ਪਰਿਵਾਰ ਹੈ ਜਿਸ ਪਰਿਵਾਰ ਦੇ ਵਿੱਚੋਂ ਇੱਕ ਜੀ ਵੀ ਅੰਮ੍ਰਿਤਧਾਰੀ ਹੋ ਜਾਵੇ। ਇੱਕ ਜੀ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਰਿਆ ਕਰਦੇ ਸਨ। ਕਹਿੰਦੇ ਵੱਡਾ ਬੋੜ ਹੋਵੇ ਨਾ, ਵੱਡਾ ਬੋੜ, ਜਿੰਨੇ ਇਸ ਬੋੜ ਦੇ ਪੱਤੇ ਹੁੰਦੇ ਨੇ, ਜੇ ਇੰਨੇ ਉਸ ਬੰਦੇ ਦੇ ਪੂਰਬਲੇ ਜਨਮ ਚੰਗੇ ਕੀਤੇ ਹੋਣ ਉਹਨੇ, ਤਾਂ ਉਹਨੂੰ ਅੰਮ੍ਰਿਤਧਾਰੀ ਪਰਿਵਾਰ ਵਿੱਚ ਜਨਮ ਮਿਲਦਾ ਹੈ। ਏਡੇ ਵੱਡੇ ਭਾਗ ਚੰਗੇ ਹੁੰਦੇ ਨੇ। ਤਾਂ ਤੱਕੋ ਖਾਲਸਾ ਜੀ, ਸਤਿਕਾਰਯੋਗ ਗਿਆਨੀ ਸਤਨਾਮ ਸਿੰਘ ਸਾਹਿਬ ਜੀ ਜਿੰਨੇ ਬੱਚੇ ਨੇ, ਬੱਚੇ ਸਾਰੇ ਲਾਇਕ ਹੋਣਹਾਰ ਨੇ, ਅੰਮ੍ਰਿਤਧਾਰੀ ਨੇ, ਕੇਸਾਧਾਰੀ ਨੇ। ਔਰ ਸਭ ਤੋਂ ਵੱਡੀ ਇਹ ਗੱਲ ਹੈ, ਆਪਣੇ ਘਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਕਿੱਡੀ ਵੱਡੀ ਬਖਸ਼ਿਸ਼ ਹੈ। ਉਹ ਵੀ ਸਮਾਂ ਸੀ, ਸਾਡੇ ਬਜ਼ੁਰਗ ਦੱਸਦੇ ਨੇ, ਲੋਕ ਤੁਰ ਕੇ ਬੜੀ ਦੂਰ ਦੂਰ ਤੱਕ ਸਾਈਕਲਾਂ ਟਾਂਗਿਆਂ ਤੇ ਜਾਂਦੇ ਸੀ, ਜਿਸ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹ ਚੱਲਦੇ ਸੀ। ਅੱਜ ਕਿੰਨੀ ਕਿਰਪਾ ਹੋ ਗਈ। ਕਿੱਡੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਘਰ ਵਿੱਚ ਆਪ ਮੇਰੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਨੇ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਉਹਨਾਂ ਦੀ ਬੱਚੀ ਮੇਰੇ ਜਥੇ ਨਾਲ ਸਟੇਜ ਤੇ ਖੜੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਮਹਾਰਾਜ ਕਿਰਪਾ ਕਰਨ, ਇਸ ਪਰਿਵਾਰ ਦੀ ਚੜ੍ਹਦੀ ਕਲਾ, ਇਸ ਪਰਿਵਾਰ ਨੂੰ ਤਰੱਕੀ ਬਖਸ਼ਿਸ਼ ਕਰਨ, ਚਾਰ ਚੰਨ ਲਾਉਣ। ਆਓ ਖਾਲਸਾ ਜੀ, ਇੱਕ ਕਵਿਤਾ ਆਪ ਜੀ ਦੇ ਸਨਮੁਖ ਮੈਂ ਸਾਧੂ ਜਨਾਂ ਦੀ ਕਹਿਣੀ ਹੈ। ਸੰਤ ਆਉਂਦੇ ਨੇ ਜੱਗ ਵਿੱਚ, ਪਰ ਕੀ ਕਰਦੇ ਨੇ, ਉਹਨਾਂ ਦੀ ਡੈਫੀਨੇਸ਼ਨ ਕੀ ਹੈ। ਮੈਂ ਇੱਕ ਆਪ ਜੀ ਦੇ ਸਾਹਮਣੇ ਉਦਾਹਰਨ ਦੇ ਕੇ ਕਵਿਤਾ ਕਹਿਣ ਦਾ ਯਤਨ ਕਰਾਂ। ਇੱਕ ਸਾਧੂ ਹੋਏ ਨੇ ਬਾਬਾ ਭਾਗ ਸਿੰਘ ਸਾਹਿਬ ਜੀ, ਬਹੁਤ ਸਤਿਕਾਰਤ ਹਸਤੀ ਹੈ। ਸਾਧੂ ਜਗਤ ਵਿੱਚ ਆਉਂਦੇ ਨੇ ਪਰ ਵਿਰਲੇ। ਅੱਜ ਵੀ ਸਾਧੂ ਸੰਤ ਬਹੁਤ ਨੇ, ਪਰ ਜੋ ਪੂਰੇ ਨੇ, ਪੂਰਾ ਕੋਈ ਹੈ।
ਆਪਾਂ ਅਧੂਰੇ ਆ, ਜਿਹੜੇ ਪੂਰੇ ਨੇ ਉਹ ਵਿਰਲੇ ਨੇ। ਹੈਨ ਵਿਰਲੇ ਨਾਹੀਂ ਕੜੇ ਫੈਲ ਫਕਰਾ ਸੰਸਾਰ। ਬਾਬਾ ਭਾਗ ਸਿੰਘ ਸਾਹਿਬ ਜੀ ਇੱਕ ਵਾਰ ਸਮਾਂ ਮਿਲਿਆ, ਘੋੜੇ ਤੇ ਸਵਾਰ ਹੋ ਕੇ ਕੱਚੇ ਰਸਤੇ ਤੇ ਜਾ ਰਹੇ ਸਨ, ਸਫ਼ਰ ਕਰ ਰਹੇ ਸਨ। ਉਹਨਾਂ ਦੇ ਲਾਗੋਂ ਇੱਕ ਇਨਸਾਨ ਲੰਘਿਆ, ਰਾਜਾ ਸੀ ਉਹ, ਮਹੱਲਾ ਤਖਤਾਂ ਦਾ ਮਾਲਕ ਸੀ। ਉਹ ਲੰਘਿਆ, ਬਾਬਾ ਜੀ ਨੇ ਉਸ ਇਨਸਾਨ ਨੂੰ ਇਸ਼ਾਰਾ ਮਾਤਰ ਪ੍ਰਣਾਮ ਕਰ ਦਿੱਤੀ, ਸੀਸ ਝੁਕਾ ਦਿੱਤਾ, ਪਰ ਉਹਨੇ ਨਹੀਂ ਦੇਖਿਆ। ਉਹ ਆਪਣੀ ਰੁਟੀਨ ਦੇ ਨਾਲ ਤੁਰਿਆ ਗਿਆ। ਸਤਿਕਾਰਯੋਗ ਬਾਬਾ ਭਾਗ ਸਿੰਘ ਸਾਹਿਬ ਜੀ ਗਾਂ ਲੰਘ ਗਏ ਨੇ, ਥੋੜੀ ਗਾਂ ਗਏ ਨੇ, ਇੱਕ ਬਗਲਾ ਛੱਪੜ ਦੇ ਕਿਨਾਰੇ ਬੈਠਾ ਹੈ ਕਿਸੇ ਮਿੱਟੀ ਦੇ ਪੱਥਰ ਉੱਪਰ। ਉਹ ਕਦੇ ਤਾਂ ਚੁੰਝ ਪਾਣੀ ਵਿੱਚੋਂ ਭਰਦਾ ਹੈ, ਫਿਰ ਉਸ ਚੁੰਝ ਨੂੰ ਉਸ ਪੱਥਰ ਦੇ ਨਾਲ ਘਸਾਉਂਦਾ ਹੈ ਤੇ ਦੁਬਾਰਾ ਫਿਰ ਪਾਣੀ ਵਿੱਚ ਚੁੱਭਦਾ ਹੈ। ਬਾਬਾ ਜੀ ਨੇ ਉਸੇ ਵੱਲ ਵੇਖ ਕੇ ਉੱਚੀ ਉੱਚੀ ਉਚਾਰਨ ਕਰ ਦਿੱਤਾ, ਕਹਿੰਦੇ ਨਾਲੇ ਕਰਦਾ ਏ ਕਾਸ ਕਸਈਆ, ਨਾਲੇ ਲਾਉਣੇ ਪਾਣੀ, ਪਰ ਜਿਹੜੀ ਗੱਲ ਤੂੰ ਕਹਿਣੀ ਜਾਵੇਂ ਤੇਰੇ ਦਿਲ ਦੀ ਜਾਣੀ। ਉਸ ਰਾਜੇ ਦੇ ਅੰਦਰ ਐਸੀ ਖਿੱਚ ਪਈ, ਉਹ ਵਾਪਸ ਮੁੜ ਆਇਆ ਉਸੇ ਕਦਮਾਂ 'ਚ, ਬਾਬਾ ਜੀ ਦੇ ਕੋਲ ਆ ਗਿਆ, ਕਹਿਣ ਲੱਗਾ ਮਹਾਰਾਜ ਜਿਹੜਾ ਬਚਨ ਤੁਸੀਂ ਹੁਣੇ ਕਿਹਾ ਦੁਬਾਰੇ ਕਹਿਓ, ਮੇਰਾ ਸੁਣਨ ਨੂੰ ਮਨ ਕਰਦਾ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਸੁਣ। ਉਹ ਕਹਿੰਦੇ ਨਾਲੇ ਕਰਦਾ ਘਾਸ ਕਸਈਆ, ਨਾਲੇ ਲਾਉਣੇ ਪਾਣੀ, ਪਰ ਜਿਹੜੀ ਗੱਲ ਤੂੰ ਕਹਿਣੀ ਜਾਵੇਂ ਤੇਰੀ ਦਿਲ ਦੀ ਜਾਣੀ। ਕਹਿਣ ਲੱਗਾ ਮਹਾਰਾਜ ਇਹ ਕੀ ਗੱਲ ਕਹਿਣੀ ਚਾਹੁੰਦੇ, ਮੇਰੇ ਮਨ ਦੀ ਕੀ ਤੁਸੀਂ ਬੁੱਝ ਲਈ? ਬਾਬਾ ਜੀ ਕਹਿਣ ਲੱਗੇ ਫੇਰ ਸਮਾਂ ਮਿਲਿਆ ਦੱਸਾਂਗੇ। ਖਾਲਸਾ ਜੀ ਮਹਾਂਪੁਰਖ ਸਾਧੂ ਜਨ ਆਪਣੇ ਰੁਟੀਨ ਅਨੁਸਾਰ ਚਲੇ ਗਏ। ਉਹ ਰਾਜਾ ਵੀ ਆ ਗਿਆ, ਰਾਤ ਸੁੱਤਾ ਪਰ ਨੀਂਦ ਨਹੀਂ ਆਈ। ਅਗਲੇ ਦਿਨ ਨਾਈ ਦੀ ਦੁਕਾਨ ਤੇ ਚਲ ਗਿਆ। ਨਾਈ ਨੂੰ ਕਹਿਣ ਲੱਗਾ ਮੇਰੀ ਸ਼ੇਵ ਕਰ ਦੇ ਚੰਗੀ ਤਰ੍ਹਾਂ, ਵਧੀਆ ਤਰੀਕੇ ਨਾਲ। ਨਾਈ ਨੇ ਕੁਰਸੀ ਸਜਾਈ ਹੈ, ਉਹਦੇ ਉੱਪਰ ਉਹ ਰਾਜਾ ਬੈਠ ਗਿਆ, ਸ਼ੇਵ ਕਰਨ ਲੱਗਿਆ। ਉਸ ਤਰ੍ਹਾਂ ਉਹਦੀ ਦਾੜੀ ਉੱਪਰ ਲਾਉਣ ਲੱਗਿਆ, ਉਸ ਤਰ੍ਹਾਂ ਥੱਲੇ ਡਿੱਗ ਪਿਆ। ਫਿਰ ਉਹਨੂੰ ਪਾਣੀ ਦੇ ਵਿੱਚ ਡੁਬੋ ਕੇ ਉਸ ਪਾਣੀ ਵਾਲੀ ਕੌਲੀ ਦੇ ਅੰਦਰ ਇੱਕ ਛੋਟੀ ਜਿਹੀ ਪੱਥਰੀ ਪਈ ਸੀ, ਉਹਨੂੰ ਪੱਥਰੀ ਨਾਲ ਸ਼ਿੰਗਾਰਦਾ ਹੈ। ਤੇ ਰਾਜੇ ਦੇ ਮੂੰਹ ਦੇ ਵਿੱਚੋਂ ਇੱਕ ਸੁਭਾਵਿਕ ਗੱਲ ਨਿਕਲ ਗਈ, ਕਹਿਣ ਲੱਗੇ ਨਾਲੇ ਕਰਦੇ ਘਾਸ ਕਸਈਆ, ਨਾਲੇ ਲਾਉਣੇ ਪਾਣੀ, ਪਰ ਜਿਹੜੀ ਗੱਲ ਤੂੰ ਕਹਿਣੀ ਜਾਵੇਂ ਤੇਰੇ ਦਿਲ ਦੀ ਜਾਣੀ। ਇੰਨੀ ਗੱਲ ਕਹਿੰਦੀ ਜਿਹੜੀ ਥਾੜ ਕਰਕੇ ਉਸ ਤਰ੍ਹਾਂ ਨਾਈ ਦੇ ਇੱਥੋਂ ਥੱਲੇ ਡਿੱਗ ਪਿਆ। ਰਾਜੇ ਦੇ ਪੈਰ ਫੜ ਲੈ, ਕਹਿਣ ਲੱਗਾ ਰਾਜਾ ਜੀ ਪਹਿਲਾਂ ਕਹਿ ਦਿਓ ਤੈਨੂੰ ਮਾਫ ਕੀਤਾ। ਰਾਜਾ ਕਹਿੰਦਾ ਹੋਇਆ ਕੀ ਹੈ? ਕਹਿਣ ਲੱਗਾ ਜੀ ਮੇਰੀ ਸ਼ਰਤ ਮੰਨੋ, ਫਿਰ ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਦੇਣਾ। ਕਹਿਣ ਲੱਗਾ ਪਹਿਲਾਂ ਕਹਿ ਦੋ ਤੈਨੂੰ ਮਾਫ ਕੀਤਾ। ਰਾਜਾ ਹੱਕਾ ਬੱਕਾ ਹੋ ਗਿਆ, ਕਹਿਣ ਲੱਗਾ ਜਾ ਤੈਨੂੰ ਮਾਫ ਕੀਤਾ, ਦੱਸ ਤੂੰ ਕੀ ਕਹਿਣਾ ਚਾਹੁੰਦਾ ਹੈ? ਕਹਿਣ ਲੱਗਾ ਰਾਜਾ ਜੀ ਕਿਉਂ ਕੁਛ ਨਾ, ਕੱਲ ਤੁਹਾਡਾ ਵਜ਼ੀਰ ਆਇਆ ਸੀ ਮੇਰੇ ਕੋਲ, ਉਹ ਮੈਨੂੰ ਲਾਲਚ ਦੇ ਕੇ ਪੈਸਿਆਂ ਦਾ ਢੇਰ ਦੇ ਗਿਆ। ਕਹਿਣ ਲੱਗਾ ਕੱਲ ਮੇਰਾ ਰਾਜਾ ਤੇਰੇ ਕੋਲ ਆਵੇਗਾ, ਜਦੋਂ ਸ਼ੇਪ ਕਰਾਉਣ ਵਾਸਤੇ ਆ ਉਸ ਤਰ੍ਹਾਂ ਤੋਂ ਉਹਦੀ ਸਾਹ ਅੱਗ ਵਿੱਚ ਦੀ ਨਿਗਾਹ ਦੀ, ਉਹਦੀ ਮੌਤ ਹੋ ਜਾਵੇਗੀ, ਮੈਂ ਉਹਦਾ ਤਖਤਾਂ ਦਾ ਮਹੱਲਾ ਦਾ ਮਾਲਕ ਬਣ ਜਾਵੇਗਾ। ਰਾਜਾ ਕਹਿਣ ਲੱਗਾ ਅੱਛਾ ਇਹ ਗੱਲ ਹੈ। ਉੱਠ ਪਿਆ ਦੀ ਕੁਰਸੀ ਤੋਂ, ਤੁਰ ਪਿਆ ਆਪਣੇ ਮਹੱਲਾ ਵਾਲਾ। ਰਾਹ ਵਿੱਚ ਉਚਾਰਨ ਕਰਦਾ ਹੁੰਦਾ ਕਿਸੇ ਸਾਧੂ ਨੇ ਬਚਨ ਕਹੇ ਸੀ, ਉਹ ਅਟਲ ਸਚਾਈ ਸੀ। ਆਣ ਕੇ ਕਹਿਣ ਲੱਗਾ ਵਜ਼ੀਰ ਤੂੰ ਉਹਨੂੰ ਜੋ ਜਾ ਕੇ ਪੈਸੇ ਦੇ ਕੇ ਮੇਰੀ ਰਾਜ ਭਾਗ ਦਾ ਮਾਲਕ ਬਣਨਾ ਚਾਹੁੰਦਾ, ਆ ਚੁੱਕ ਲੈ ਸਾਰਾ ਰਾਜ ਭਾਗ, ਅੱਜ ਤੋਂ ਮੈਂ ਤੇਰੇ ਇਹਦਾ ਨੌਕਰ ਨਹੀਂ, ਮੈਂ ਉਸ ਖੁਦਾ ਦਾ ਨੌਕਰ ਬਣਨਾ ਜਿਹੜਾ ਆਉਣ ਵਾਲੇ ਭਵਿੱਖ ਦਾ ਸਾਰਾ ਕੁਝ ਮੈਨੂੰ ਇੱਕ ਚੁਟਕੀ 'ਚ ਦੱਸ ਗਿਆ। ਆਖੋ ਸਤਨਾਮ। ਰਾਜਾ ਜੀ ਨੇ ਸਾਰਾ ਕੁਝ ਤਿਆਗ ਦਿੱਤਾ, ਪੈ ਗਏ ਜਾ ਕੇ ਬਾਬਾ ਭਾਗ ਸਿੰਘ ਸਾਹਿਬ ਜੀ ਦੇ ਚਰਨੀ। ਕਹਿਣ ਲੱਗੇ ਮਹਾਰਾਜ ਮੈਨੂੰ ਬਖਸ਼ ਲਵੋ, ਬਖਸ਼ ਲਵੋ, ਬਖਸ਼ ਲਵੋ, ਮੈਂ ਤਾਂ ਪਾਪੀ ਹਾਂ। ਕਹਿਣ ਤੋਂ ਭਾਵ ਖਾਲਸਾ ਜੀ ਸਾਧੂ ਜਨ ਬਹੁਤ ਪਰਉਪਕਾਰੀ ਹੁੰਦੇ ਨੇ। ਆ ਤੱਕਿਓ ਸਾਧੂਆਂ ਦੀ ਮਹਾਨਤਾ, ਸਾਧੂ ਦੁਨੀਆ ਵਿੱਚ ਆਣ ਕੇ ਉਹ ਪਵਿੱਤਰ ਰੂਹਾਂ ਕੀ ਕੁਝ ਕਰਦੀਆਂ ਨੇ, ਆਣ ਕੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨ ਦਾ ਯਤਨ ਕਰਿਓ। ਗਿਆਨੀ ਸਤਨਾਮ ਸਿੰਘ ਸੰਘੇ ਦਾ, ਪੰਥਕ ਢਾਡੀ ਜੀ ਦਾ, ਆਪ ਦੇ ਸਨਮੁਖ ਸਾਧੂਆਂ ਮਹਾਤਮਾ ਦੀ ਗਾਥਾ ਹੈ ਇਉਂ ਕਹਿੰਦਾ ਰਿਹਾ ਬਈ
सहिंदा घाटा वाधा गल कदे भी भुले ना हुंदा साध बचन अटला दा गल कदे भी भुले ना हुंदा साध बचन अटला दा हो गए जे बचन कदे पत्थर लूण वांगरा खरदे तीरथ बन जांदे जिथे साधु चरण है धरदे तीरथ बन जांदे जिथे साधु चरण है धरदे एक पल भी बरती ना साधु एके नाला तोड़े ओनु लाज है बरता दी इथों तोड़े ओथे जोड़े ओनु लाज है बरता दी इथों तोड़े ओथे जोड़े सच्ची गल लोगड़िया सच्ची बाजी नहीं हो हरदे तीरथ बन जांदे जिथे साधु चरण है धरदे तीरथ बन जांदे जिथे साधु चरण है धरदे उस थां पवित्र नू न्योन देव वंदना करदे तीरथ बन जांदे जिथे साधु चरण है धरदे तीरथ बन जांदे जिथे साधु चरण है धरदे तीरथ बन जांदे जिथे साधु चरण है धरदे हो खालसा जी आप ਸਮੁੱਚੀ ਸਾਧ ਸੰਗਤ ਜਿੱਥੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਾਰੇ ਉੱਥੇ ਸਾਨੂੰ ਮਾਇਆ ਨਾਲ ਨਵਾਜ ਰਹੇ ਹੋ। ਮੈਂ ਗੁਰੂ ਦੇ ਚਰਨਾਂ 'ਚ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ, ਇਸ ਦਰਬਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਆਉਣ ਵਾਲੇ ਸਮੇਂ ਅੰਦਰ ਇਸ ਦਰਬਾਰ ਤੇ ਬਹੁਤ ਵੱਡੇ ਆਲੀਸ਼ਾਨ ਮਹਾਲ ਉਸਰ ਸਕਦੇ ਨੇ। ਗੁਰੂ ਗਰੀਬ ਨਵਾਜ ਕਿਰਪਾ ਕਰਨ, ਸਦਾ ਮਿਹਰਾਂ ਕਰਨ। ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ ਇਤਿਹਾਸ ਵਿੱਚ ਪੜ੍ਹਿਆ ਪਤਾ ਲੱਗਦਾ। ਖਾਲਸਾ ਜੀ ਆਪ ਸੁਣਦੇ ਆਏ ਹੋ ਕਿ ਭਗਤ ਧੰਨਾ ਜੀ ਨੇ ਜੇ ਭਗਤੀ ਕੀਤੀ ਤੇ ਪੱਥਰ ਵਿੱਚੋਂ ਰੱਬ ਪਾ ਲਿਆ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉਹਨੇ ਮਨ ਨੂੰ ਧਿਆ ਲਿਆ, ਭਾਵੇਂ ਕਿ ਉਹਦੇ ਨਾਲ ਉਸ ਠਾਕੁਰ ਨੇ ਉਹਨੂੰ ਡੁਪਲੀਕੇਟ ਬੱਟੇ ਦੇ ਦਿੱਤੇ ਵੀ ਇਹਨਾਂ ਚ ਰੱਬ ਆ, ਤੂੰ ਇਹਨਾਂ ਨੂੰ ਧਿਆਲਾ ਤੇ ਪਾਲੇਗਾ। ਪਰ ਇੱਕ ਅੰਦਰੋਂ ਆਪਣੇ ਅੰਦਰ ਨੂੰ ਸਮਝਾ ਲਿਆ ਕਿ ਮਨਾ ਇਹਦੇ ਵਿੱਚੋਂ ਰੱਬ ਮਿਲਣਾ ਹੀ, ਇਹਨੂੰ ਧਿਆਲਾ। ਫਿਰ ਉਹਨੇ ਧਿਆਇਆ, ਫਿਰ ਰੱਬ ਨੂੰ ਪਾਇਆ, ਭੋਜਨ ਰੱਖਿਆ, ਕਹਿਣ ਲੱਗਾ ਮਹਾਰਾਜ ਛਕੋ, ਜੇ ਛਕੋਗੇ ਤੇ ਫਿਰ ਮੈਂ ਛਕਾਂਗਾ। ਹਾਜ਼ਰ ਹੋਏ ਪ੍ਰਮਾਤਮਾ, ਕਹਿਣ ਲੱਗੇ ਦੱਸ ਧੰਨਿਆ ਕੀ ਕਰੀਏ। ਕਹਿਣ ਲੱਗਾ ਮਹਾਰਾਜ ਕਰਨਾ ਕੀ ਆ, ਚੱਲੋ ਮੇਰੇ ਨਾਲ, ਮੇਰੇ ਲਾਓ ਖੇਤਾਂ ਨੂੰ ਪਾਣੀ, ਮੇਰੇ ਕਾਜ ਵਿਹਾਰ 'ਚ ਮੇਰੀ ਮਦਦ ਕਰੋ। ਇਹੀ ਭਗਤੀ ਦਾ ਹੱਲ ਹੋਇਆ, ਇਹੀ ਭਗਤੀ ਕੀਤੀ ਇਸ ਧੰਨ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ ਨੇ। 5 ਦਿਨ ਖਾਲਸਾ ਜੀ ਚੌਂਕੜਾ ਲਾ ਕੇ ਸਜੇ ਰਹੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਉਣ ਲਈ, ਅਰਦਾਸਾਂ ਫਰਿਆਦਾਂ ਕਰਦੇ ਰਹੇ। ਮਹਾਰਾਜ ਕਿਰਪਾ ਕਰ, ਬਖਸ਼ੋ, ਦਰਸ਼ਨ ਦੇਵੋ। ਖਾਲਸਾ ਜੀ ਧਿਆਉਣ ਦਾ ਵੱਲ ਆ ਜੇ ਸਾਨੂੰ, ਫਿਰ ਰੱਬ ਬੋੜਦਾ ਹੀ ਹੈ। ਇੱਕ ਦਿਨ ਨਹੀਂ, ਤੁਰੇ ਰਹੋ, ਮੰਜ਼ਿਲ ਮਿਲਦੀ ਹੈ। ਜੇ ਤੁਰਾਂਗੇ ਤਾਂ ਹੀ ਪਹੁੰਚਾਂਗੇ, ਜੇ ਤੁਰਾਂਗੇ ਨਹੀਂ ਤੇ ਪਹੁੰਚਾਂਗੇ ਕਿੱਥੋਂ। ਉਹਨਾਂ ਰੱਬ ਨੂੰ ਪਾਇਆ, ਰੱਬ ਨੂੰ ਪਾ ਕੇ
ਉਹ ਨਾਮ ਸੰਗਤਾਂ ਵਿੱਚ ਵੰਡਿਆ। ਬਾਬਾ ਆਨੰਦ ਸਿੰਘ ਸਾਹਿਬ ਜੀ ਨੇ ਭਗਤੀ ਕੀਤੀ, ਬੰਦਗੀ ਕੀਤੀ, ਉਹਨਾਂ ਨੂੰ ਭਾਗ ਲੱਗੇ। ਖਾਲਸਾ ਜੀ, ਜਿੱਥੇ ਸਾਧੂ ਚੌਂਕੜਾ ਲਾਉਂਦਾ ਉੱਥੇ ਮਹਿਲ ਉਸਰ ਜਾਂਦੇ ਨੇ, ਔਰ ਜਿੱਥੇ ਉਹ ਸਿੰਘ ਸੂਰਮੇ ਸ਼ਹਾਦਤਾਂ ਦਿੰਦੇ ਨੇ ਉੱਥੇ ਵੀ ਮਹਿਲ ਉਸਰ ਜਾਂਦੇ ਨੇ। ਪ੍ਰਣਾਮ ਹੈ ਨਾ ਮਾਤਾ ਪਿਤਾ ਨੂੰ, ਉਹ ਮਾਮਾ ਨੂੰ ਪ੍ਰਣਾਮ ਹੈ ਜਿਨ੍ਹਾਂ ਆਪਣੀ ਕੁੱਖ ਦੇ ਵਿੱਚੋਂ ਭਾਵੇਂ ਸਾਧੂ ਪੈਦਾ ਕੀਤੇ, ਭਾਵੇਂ ਕੌਮ ਦੇ ਬੱਬਰ ਸ਼ੇਰ ਮਰ ਜੀਵੜੇ ਸਿੰਘ ਸ਼ਹੀਦ ਪੈਦਾ ਕੀਤੇ, ਬਾਰ-ਬਾਰ ਪ੍ਰਣਾਮ ਕਰਦਾ ਹੈ ਉਹਨਾਂ ਨੂੰ ਮੈਂ। ਆ ਤੱਕੋ, ਜਿੱਥੇ ਆਪਾਂ 150 ਸਾਲਾ ਧੰਨ ਧੰਨ ਬਾਬਾ ਨਾਨਕ ਸਿੰਘ ਸਾਹਿਬ ਜੀ ਦਾ ਮਨਾ ਰਹੇ, ਉੱਥੇ ਨਾਲ ਹੀ ਆਪਾਂ 551ਵਾਂ ਪ੍ਰਕਾਸ਼ ਪੁਰਬ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਨਾਉਣਾ ਕਰ ਰਹੇ ਆ। ਖਾਲਸਾ ਜੀ, ਮੈਂ ਆਪ ਜੀ ਦੇ ਨਾਲ ਰਹਿੰਦੇ ਸਮੇਂ ਅੰਦਰ ਇੱਕ ਦੋ ਵਾਰ ਤਾਂ ਕਹਿ ਕੇ ਖਿਮਤ ਜੱਜ ਕੋ ਜਣਾ ਆਪ ਸਮੁੱਚੀ ਸੰਗਤ ਜਾਣੂ ਹੋ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਓ ਰਾਏ ਭੋਇ ਦੀ ਤਲਵੰਡੀ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ। ਮਾਤਾ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਪਿਤਾ ਜੀ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀ, ਉਹਨਾਂ ਦੇ ਘਰ ਨੂੰ ਲੱਗੇ ਭਾਗ 1469 ਈਸਵੀ ਵਾਲੇ ਦਿਨ ਸ਼ਨੀਚਰਵਾਰ ਅੰਮ੍ਰਿਤ ਵੇਲੇ ਦੇ ਪੈਰ ਉਹਨਾਂ ਨੇ ਅਵਤਾਰ ਧਾਰਨ ਕੀਤਾ। ਇਲਾਕੇ ਅੰਦਰ ਜਾਹੋ ਜਲਾਲ ਮਚ ਗਿਆ, ਖੁਸ਼ੀਆਂ ਆ ਗਈਆਂ ਕਿ ਅੱਜ ਕਿਸੇ ਰੱਬੀ ਨੂਰ ਨੇ ਅਵਤਾਰ ਲਿਆ ਹੈ। ਦਾਈ ਦੌਲਤਾਂ ਤੱਕਿਆ, ਉਹ ਤੱਕ ਕੇ ਗੱਦ-ਗੱਦ ਹੋ ਗਈ ਹੈ। ਆਣ ਕੇ ਮਹਿਤਾ ਕਲਿਆਣ ਦਾਸ ਜੀ ਨੂੰ ਵਧਾਈ ਦਿੱਤੀ ਹੈ, ਖੁਸ਼ੀ ਦਿੱਤੀ ਹੈ, ਤੁਹਾਡੇ ਘਰ ਨੂਰੀ ਬਾਲ ਨੇ ਅਵਤਾਰ ਲਿਆ ਹੈ। ਮਹਿਤਾ ਕਲਿਆਣ ਦਾਸ ਜੀ ਖੁਸ਼ ਹੋ ਕੇ ਕਹਿਣ ਲੱਗੇ, ਦਾਈ ਦੌਲਤਾਂ ਦੱਸ ਤੈਨੂੰ ਮਠਿਆਈ ਦਈਏ, ਮਾਇਆ ਦਈਏ, ਕਿਸ ਚੀਜ਼ ਦਾ ਤੈਨੂੰ ਨਿਹਾਲ ਕਰੀਏ, ਦੱਸ। ਦਾਈ ਦੌਲਤਾਂ ਕਹਿਣ ਲੱਗੀ, ਕੁਛ ਨਹੀਂ ਚਾਹੀਦਾ, ਮੇਰੀ ਨਜ਼ਰ ਦਿਸ ਤਾਂ ਨਹੀਂ ਸੀ ਮੈਨੂੰ, ਪਰ ਜੇ ਮੇਰੀ ਅੱਜ ਨਜ਼ਰ ਆਈ ਹੈ ਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਨਜ਼ਰ ਆਈ ਹੈ, ਇਹ ਤੋਂ ਵੱਡਾ ਮੇਰੇ ਲਈ ਖੁਸ਼ੀ ਕੀ ਹੋ ਸਕਦੀ ਹੈ। ਖਾਲਸਾ ਜੀ, ਅਲੌਕਿਕ ਚੋਜ ਛੇਵੇਂ ਜਾਮੇ ਵਿੱਚ ਕਿਹਾ ਨਾ, ਬਹੁ ਪਰਉਪਕਾਰੀ ਅਲੌਕਿਕ ਚੋਜ ਕੀਤੇ, ਬਹੁਤ ਵੱਡੇ ਦੁਨੀਆ ਦੇ ਵਿੱਚ ਐਸੇ ਚੋਜ ਕੀਤੇ। ਅੱਜ ਕਿਤੇ ਚਲੇ ਜਾਓ ਉਹਨਾਂ ਦਾ ਨਾਮ ਹੈ। ਖਾਲਸਾ ਜੀ, ਕਿਸੇ ਇਲਾਕੇ ਚਲੇ ਜਾਓ, ਮੇਰੇ ਬਾਬੇ ਨਾਨਕ ਦਾ ਕਿੱਥੇ ਨਾਮ ਨਹੀਂ ਹੈ। ਹਿੰਦੁਸਤਾਨ ਦੇ ਅੰਦਰ ਕਿਹੜੀ ਜਗ੍ਹਾ ਜਿੱਥੇ ਨਾਂ ਨਹੀਂ ਹੈ। ਜੇ ਦੂਸਰੀ ਗੱਲ ਕਰੀਏ ਧੰਨ ਧੰਨ ਬਾਬਾ ਨਾਨਕ ਸਿੰਘ ਸਾਹਿਬ ਜੀ, ਉਹਨਾਂ ਦਾ ਹਿੰਦੁਸਤਾਨ ਅੰਦਰ ਕਿੱਥੇ ਨਾਂ ਨਹੀਂ ਹੈ। ਕਿਹੜੀ ਜਗ੍ਹਾ ਐਸੀ ਜਿੱਥੇ ਉਹਨਾਂ ਦੇ ਨਾਮ ਦੀ ਠਾਠ ਨਹੀਂ ਬਣੀ। ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸਾ ਸਮਾਂ ਉਦੋਂ ਚੱਲਦਾ ਸੀ ਖਾਲਸਾ ਜੀ, ਜਦੋਂ ਗਰੀਬ ਨੂੰ ਲਿਤਾੜਿਆ ਮਾਰਿਆ ਜਾਂਦਾ, ਇਹ ਧਰਤੀ ਨੇ ਰੋ ਰੋ ਕੇ ਪੁਕਾਰਾਂ ਕੀਤੀਆਂ ਉਹਦੇ ਅੱਗੇ। ਧਰਮ ਬਹੁਤ ਨੇ, ਯਾਦ ਰੱਖਿਓ ਖਾਲਸਾ ਜੀ, ਧਰਮ ਬਹੁਤ ਨੇ, ਸਾਰੇ ਸਤਿਕਾਰਯੋਗ ਨੇ, ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਭਾਵੇਂ ਕੋਈ ਰਾਮ ਰਾਮ ਕਹਿ ਕੇ ਪੁਕਾਰਦਾ, ਭਾਵੇਂ ਕੋਈ ਅੱਲਾ ਅੱਲਾ ਕਹਿ ਕੇ ਪੁਕਾਰਦਾ ਹੈ, ਭਾਵੇਂ ਕੋਈ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੁਕਾਰਦਾ ਹੈ, ਪਰ ਵਾਈ ਤਾਂ ਖਾਲਸਾ ਜੀ ਉਹ ਨੀਲੀ ਛੱਤ ਵਾਲੇ ਦੇ ਕੋਲ ਜਾਂਦੀ ਹੈ। ਵਾਈ ਤਾਂ ਉੱਥੇ ਪਹੁੰਚਦੀ ਆ ਨਾ। ਰਾਹ ਵੱਖੋ ਵੱਖਰੇ ਨੇ, ਸਾਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ। ਅਸੀਂ ਐਵੇਂ ਨਰਾਦਰੀ ਕਰੀ ਜਾਂਦੇ ਰਹਿੰਦੇ ਆ, ਆਹ ਧਰਮ ਮਾੜਾ, ਆਹ ਮਾੜਾ। ਕੋਈ ਧਰਮ ਮਾੜਾ ਨਹੀਂ, ਸਭ ਧਰਮ ਸਤਿਕਾਰਯੋਗ ਨੇ, ਪਰ ਸਿੱਖਾਂ ਦਾ ਧਰਮ ਗੁਰੂ ਗ੍ਰੰਥ ਸਾਹਿਬ ਹੈ। ਸਿੱਖ ਨੂੰ ਕਿਤੇ ਨਹੀਂ ਇਹ ਲਿਖਣਾ ਮਿਲਿਆ ਜਾਂ ਦੱਸਣਾ ਮਿਲਿਆ ਕਿ ਸਿੱਖ ਕਿਤੇ ਸੀਸ ਝੁਕਾ ਸਕਦਾ। ਜੇ ਝੁਕਾਉਣਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੀਸ ਝੁਕਾਉਣ ਆਇਆ ਸਿੱਖ ਨੂੰ। ਖਾਲਸਾ ਜੀ ਆਓ ਤੱਕੋ, ਦਾਈ ਦੌਲਤਾਂ ਜਦੋਂ ਮੇਰੇ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਬਾਅਦ ਉਹਨਾਂ ਦਰਸ਼ਨ ਦਿਦਾਰੇ ਕੀਤੇ ਨੇ, ਆਪਣੇ ਮਨ ਨੂੰ ਖੁਸ਼ੀ ਦੇ ਨਾਲ ਰਜਾਇਆ ਹੈ। ਉਹਨੂੰ ਮਹਿਤਾ ਕਲਿਆਣ ਦਾਸ ਜੀ ਕਹਿ ਰਹੇ ਨੇ, ਦਾਈ ਦੌਲਤਾਂ ਤੂੰ ਕੀ ਲੈਣਾ, ਪਰ ਦੌਲਤਾਂ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਉਹਨਾਂ ਦੇ ਕੋਲੋਂ ਕਿਸ ਤਰ੍ਹਾਂ ਦੀਆਂ ਖੁਸ਼ੀਆਂ ਲੈ ਰਹੀ ਹੈ, ਕੀ ਜਵਾਬ ਦੇ ਰਹੀ ਹੈ। ਪੰਜਾਬ ਦੀ ਧਰਤੀ ਤੋਂ ਆਇਆ ਹੋਇਆ ਢਾਡੀ ਜਿੱਥਾ ਕੁਝ ਬੋਲ ਹੈ, ਇਹੋ ਕਹੀ ਜਾ ਰਿਹਾ ਬਈ।
ਕਦੇ ਮੰਦ ਹਾਲੀ ਦੌਲ ਤੋਂ ਮੰਦ ਹਾਲੀ ਦੌਲ ਤੋਂ ਨਾਮ ਮੇਰਾ ਦੌਲਤਾਂ ਪਰ ਖਾਲੀ ਦੌਲ ਤੋਂ ਪਰ ਖਾਲੀ ਦੌਲ ਤੋਂ ਦੂਰ ਨਾ ਸੀ ਹੋਈ ਕਦੇ ਮੰਦ ਹਾਲੀ ਦੌਲ ਤੋਂ ਮੰਦ ਹਾਲੀ ਦੌਲ ਤੋਂ ਤੇਰੇ ਲਾਲ ਦਿੱਤੇ ਭਾਗ ਜਗਾ ਦੌਲਤਾਂ ਦੀ
बहुत ही सत्कारयोग गुरु घर दीआं बातां पाउण वाले कीर्तन निर्मोलक हीरा महापुर बाबा संगतां विच गाइयां ਉਹ ਅੱਜ ਵੀ ਗੂੰਜਦੀਆਂ ਨੇ ਤੇ ਭਾਈ ਮਰਦਾਨਾ ਜੀ ਨੇ ਜਿਹੜੀ ਰਬਾਬ ਮੇਰੇ ਪਾਤਸ਼ਾਹ ਦੇ ਨਾਲ ਵਜਾ ਦਿੱਤੀ। ਰਬਾਬਾਂ ਅੱਜ ਵੀ ਬਹੁਤ ਚੱਕੀ ਫਿਰਦੇ ਨੇ, ਪਰ ਜਿਹੜੀ ਰਬਾਬ ਭਾਈ ਮਰਦਾਨਾ ਜੀ ਮੇਰੇ ਪਾਤਸ਼ਾਹ ਨਾਲ ਵਜਾ ਗਏ ਉਹਨਾਂ ਤੋਂ ਬਾਅਦ ਉਹ ਰਬਾਬ ਨਹੀਂ ਕਿਸੇ ਤੋਂ ਵੱਜੀ। ਖਾਲਸਾ ਜੀ ਸਤਿਕਾਰਯੋਗ ਕੀਰਤਨੀय ਸਿੰਘ ਬਿਰਾਜਮਾਨ ਨੇ। ਮੈਂ ਇੱਕ ਮੂੰਹ ਆਈ ਗੱਲ ਕਹਿ ਜਾਵਾਂ, ਉਸ ਤੋਂ ਉਪਰੰਤ ਇੱਕ ਚੀਜ਼ ਕਹਿ ਕੇ ਖਿਮਾ ਮੰਗ ਲੈਣੀ ਗੁਰੂ ਕੀ ਸੰਗਤ ਤੋਂ। ਇੱਕ ਰਾਗੀ ਸਿੰਘ ਹੋਇਆ ਬੜਾ ਮਸ਼ਹੂਰ ਤਾਨਸੈਨ, ਉਹ ਦੀਪਕ ਰਾਗ ਦੇ ਵਿੱਚ ਭਿੱਜ ਕੇ ਕੀਰਤਨ ਕਰਦਾ ਸੀ ਨਾ। ਜਦੋਂ ਇਹਨਾਂ ਨੂੰ ਪਤਾ ਹੋਵੇਗਾ ਰਾਗਾਂ ਦਾ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਵਿੱਚ ਦਰਜ ਹੈ ਔਰ 1,24,000 ਅੱਖਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। 1,24,000 ਧਿਆਨ ਰੱਖੋ, ਗੱਲਾਂ ਨੇ ਖਾਲਸਾ ਜੀ ਧਿਆਨ ਦਿਓ। ਗੁਰੂ ਘਰ ਆਏ ਕੁਛ ਲੈ ਕੇ ਜਾਇਓ। ਰਾਗੀ ਸਿੰਘ ਤਾਨਸੈਨ ਦੀਪਕ ਰਾਗ ਦੇ ਵਿੱਚ ਜਦੋਂ ਕੀਰਤਨ ਕਰਦੇ ਸੀ ਨਾ, ਉਹਨਾਂ ਦੇ ਦਾਦਾ ਉਸਤਾਦ ਸੀ ਹਰੀਦਾਸ ਔਰ ਹਰੀਦਾਸ ਤੇ ਉਸਤਾਦ ਸੀ ਭਾਈ ਮਰਦਾਨਾ ਜੀ। ਤਾਨਸੈਨ ਰਾਗੀ ਦੇ ਦਾਦਾ ਉਸਤਾਦ ਜੀ ਸੀ ਭਾਈ ਮਰਦਾਨਾ ਜੀ। ਕਹਿੰਦੇ ਜਦੋਂ ਕੀਰਤਨ ਕਰਦੇ ਸੀ ਨਾ, ਦੀਪਕ ਰਾਗ ਦੇ ਵਿੱਚ ਭਿੱਜ ਕੇ ਸਾਹਮਣੇ ਆਟੇ ਦਾ ਦੀਵਾ ਬਣਾ ਕੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਬੱਤੀ ਰੱਖ ਕੇ ਰੱਖ ਦਿੱਤਾ ਜਾਂਦਾ ਸੀ। ਐਸੀ ਕਿਰਪਾ ਹੁੰਦੀ ਸੀ ਉਸ ਰਾਗ ਦੀ। ਜੇ ਅੱਜ ਮੇਰੇ ਵਰਗੇ ਕਿਸੇ ਨੂੰ ਰਾਗ ਨਹੀਂ ਗਾਉਣਾ ਆਉਂਦਾ ਵੱਖਰੀ ਗੱਲ ਆ, ਪਰ ਜਦੋਂ ਕਿਰਪਾ ਹੁੰਦੀ ਸੀ ਉਹ ਜਿਹੜਾ ਦੀਵਾ ਸੀ ਖਾਲਸਾ ਜੀ ਉਹ ਆਟੋਮੈਟਿਕ ਆਪੇ ਜਗ ਪੈਂਦਾ ਸੀ। ਐਸੀ ਕਿਰਪਾ ਹੈ ਕੀਰਤਨ ਦੇ ਉੱਪਰ। ਕਰਨਾ ਆ ਜਾਵੇ ਕਿਸੇ ਨੂੰ, ਸਦਾਏ ਮੰਗਿਆ ਕਰੋ ਮਹਾਰਾਜ ਸਾਨੂੰ ਦਾਤ ਦੇ, ਸਾਨੂੰ ਜਾਚ ਆ ਜਾਵੇ ਕੁਝ ਕਹਿਣ ਦੀ। ਇਹ ਜ਼ੁਬਾਨ ਹੈ ਜਿਹੜੀ ਖਾਲਸਾ ਦੀ ਪਾਣੀ ਤੇ ਚੱਲਦੀ ਹੈ ਮਹਾਰਾਜ, ਕਦੇ ਕਦੇ ਕੋਈ ਅੱਖਰ ਗਲਤ ਨਾ ਕਹਾ ਦੇਵੀਂ। ਇਹਦੀ ਬਖਸ਼ਿਸ਼ਾਂ ਵੀ ਤੈਨੂੰ ਹੀ ਮਿਲਣੀਆਂ ਮੇਰੇ ਮਾਲਕ ਜੀ। ਜੇ ਚੰਗਾ ਕਰਾਂਗੇ ਲੋਕਾਂ ਤੈਨੂੰ ਵਡਿਆਈ ਦੇਣੀ ਹੈ, ਜੇ ਮਾੜਾ ਕਰਾਂਗੇ ਤਾਂ ਵੀ ਤੈਨੂੰ ਕਹਿਣਾ। ਔਰ ਇਹ ਗੁਰੂ ਘਰ ਚ ਪਰੰਪਰਾ ਹੈ ਕੀਰਤਨ ਕਰਨਾ। ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਨੇ, ਕਥਾਵਾਚਕ ਸਿੰਘ ਕਥਾ ਦੁਆਰਾ ਨਿਹਾਲ ਕਰਦੇ ਨੇ, ਸਾਨੂੰ ਇਤਿਹਾਸ ਦੱਸਦੇ ਨੇ। ਉੱਥੇ ਢਾਡੀ ਸਿੰਘ ਵੀ 20 ਰਸੀਆਂ ਵਾਰਾਂ ਗਾਉਂਦੇ ਨੇ 20 ਰਸ ਦੇ ਨਾਲ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਾਜਾਂ ਵਾਲੇ, ਤਖਤਾਂ ਵਾਲੇ, ਤਾਜਾਂ ਵਾਲੇ, ਸੋਹਣੀਆਂ ਮਿੱਠੀਆਂ ਬਾਜਾਂ ਵਾਲੇ ਸੋਹਣੇ ਸੁਲਤਾਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਚਰਨਾਂ 'ਚ ਬਾਰੰਬਾਰ ਪ੍ਰਣਾਮ ਕਰਦਾ ਹਾਂ ਖਾਲਸਾ ਜੀ, ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ। ਢਾਡੀ ਪਹਿਲਾਂ ਵੀ ਸੀ, ਪਹਿਲਾਂ ਵੀ ਢੱਡ ਖੜਕਾਉਂਦੇ ਸੀ, ਪਰ ਲੋਕਾਂ ਦੇ ਬੂਹੇ ਅੱਗੇ ਜਾ ਕੇ ਖੜਕਾ ਕੇ ਮੰਗਿਆ ਕਰਦੇ ਸੀ। ਅੱਜ ਵੀ ਇੱਥੇ ਉਹ ਰੀਤ ਚੱਲਦੀ ਆ ਰਹੀ ਹੈ। ਪਰ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਹੁਣ ਨਹੀਂ, ਹੁਣ ਉਹਨਾਂ ਮਰਦਾਂ ਦੀਆਂ ਵਾਰਾਂ ਗਾਇਆ ਕਰਨਗੇ ਢਾਡੀ ਸਿੰਘ। ਤੇ ਜਦੋਂ ਕੋਈ ਕਿਸੇ ਜੰਗ ਦੀ ਤਿਆਰੀ ਹੋ ਲੱਗੂਗੀ ਨਾ, ਇਹ ਢਾਡੀ ਸਿੰਘ ਵਾਰ ਗਾਉਣਗੇ 20 ਰਸ ਦੇ ਵਿੱਚ ਹੋ ਕੇ ਐ ਡੋਲੇ ਫਰਕ ਪਣਗੇ, ਵੈਰੀ ਦਲ ਦੇ ਉੱਪਰ ਭਾਜਣਾ ਪਾ ਦਿਆ ਕਰਾਉਣਗੇ। ਐਸੀ ਕਿਰਪਾ ਕੀਤੀ ਮੇਰੇ ਛੇਵੇਂ ਪਾਤਸ਼ਾਹ ਨੇ ਸਾਡੇ ਦੇ ਉੱਪਰ। ਪਹਿਲੇ ਢਾਡੀ ਮਾਝੇ ਦੀ ਧਰਤੀ ਨੂੰ ਮਿਲੀ ਹੈ ਖਾਲਸਾ ਜੀ, ਇਹ ਬਾਦਸ਼ਾਹੀ ਪੰਜਾਬ ਦੀ ਧਰਤੀ ਤੇ ਮਾਝੇ ਦੇ ਵਿੱਚ ਜ਼ਿਲ੍ਹਾ ਪੈਂਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਝਬਾਲ ਦੇ ਨੇੜੇ ਪਿੰਡ ਹੈ ਸੁਰ ਸਿੰਘ, ਜਿੱਥੇ ਅੱਜ ਛੇਵੇਂ ਪਾਤਸ਼ਾਹ ਦੀ ਅੰਸ ਬੰਸ ਵੀ ਚੱਲੀ ਆ ਰਹੀ ਹੈ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਉਹ ਸੁਰ ਸਿੰਘ ਦੇ ਨਗਰ ਦੇ ਹੋਏ ਨੇ। ਪਹਿਲੇ ਢਾਡੀ ਭਾਈ ਨਤਮਲ ਤੇ ਅਬਦੁਲ ਖੈਰ ਜੀ, ਜਿਨ੍ਹਾਂ ਨੇ ਢਾਡੀ ਕਿਲਾ ਆਰੰਭ ਕੀਤੀ ਹੈ। ਉਹਨਾਂ ਤੋਂ ਉਪਰੰਤ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਅੱਜ ਸਾਡੇ ਵਰਗੇ ਨਾ ਚੀਜ਼। ਖਾਲਸਾ ਜੀ ਮੈਂ ਹਜ਼ੂਰੀ ਵਿੱਚ ਕਹਿ ਰਿਹਾ, ਸਾਡੀ ਕੋਈ ਔਕਾਤ ਨਹੀਂ ਅਸੀਂ ਤੁਹਾਡੇ ਕੋਲੋਂ ਮਾਇਆ ਲੈ ਲਈਏ,
पर साडे सिर ते जिहड़ा हत्थ आ गया ना, ਉਹ ਛੇਵੇਂ ਪਾਤਸ਼ਾਹ ਨੇ ਕਿਰਪਾ ਕਰਤੀਏ ਤਾਂ ਤੁਸੀਂ ਮਾਨ ਸਨਮਾਨ ਕਰਦੇ ਹੋ। ਮੈਂ ਤੁਹਾਡੇ ਇਸ ਮਾਨ ਸਨਮਾਨ ਦਾ ਕਦਰਦਾਰੀ ਕਰਦਾ ਹਾਂ, ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਦਾਈ ਦੌਲਤਾਂ ਮੇਰੇ ਪਾਤਸ਼ਾਹ ਨੇ ਜਦੋਂ ਤੱਕਿਆ, ਚਿਹਰਾ ਗਦਗਦ ਹੋ ਗਿਆ, ਕੁਛ ਮੰਗਣ ਦੀ ਤਾਂਗ ਨਾ ਰਹਿ ਗਈ। ਗੁਰੂ ਘਰ ਆਉਂਦੇ ਹੋ, ਚੀਜ਼ਾਂ ਨਾ ਮੰਗਿਆ ਕਰੋ ਖਾਲਸਾ ਜੀ, ਦੁਨਿਆਵੀ ਵਸਤ ਨਾ ਮੰਗਿਆ ਕਰੋ। ਮਹਾਰਾਜ ਸਾਨੂੰ ਸਿੱਖੀ ਦੇ, ਨਾਮ ਦਾਨ ਦੇ, ਭਰੋਸਾ ਦਾਨ ਦੇ। ਧੰਨ ਨੇ ਉਹ ਮਾਮਾ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਲਏ, ਆਪਣੇ ਗਲ ਵਿੱਚ ਹਾਰ ਪਵਾ ਲਏ, ਪਰ ਜਦੋਂ ਸੰਧੇ ਦਾ ਸਮਾਂ ਆਇਆ, ਰਹਿਰਾ ਸਾਹਿਬ ਦਾ ਪਾਠ ਕੀਤਾ ਤਾਂ ਅਰਦਾਸ ਕੀਤੀ, ਉਹਦੇ ਵਿੱਚ ਆਪਣੀ ਜ਼ੁਬਾਨੋਂ ਚਰਨ ਕੀਤਾ, ਮਹਾਰਾਜ ਸ਼ੁਕਰ ਹੈ ਤੇਰਾ, ਤੂੰ ਚਾਰ ਪੈਰ ਦੀ ਰਹਿਣ ਦਿੱਤੀ ਹੈ, ਸੰਧਿਆ ਦਾ ਸਮਾਂ ਬਖਸ਼ਿਸ਼ ਕੀਤਾ, 100 ਦਰ ਰਹਿਰਾ ਸਾਹਿਬ ਗੁਰਬਾਣੀ ਦੇ ਜਾਪ ਕੀਤੇ ਨੇ। ਆਪ ਜੀ ਦਾ ਲੱਖ ਲੱਖ ਸ਼ੁਕਰ ਹੈ। ਕਿਰਪਾ ਕਰਿਓ ਮਾਰੇ, ਅੰਮ੍ਰਿਤ ਵੇਲਾ ਬਖਸ਼ਿਸ਼ ਕਰਿਓ। ਇਹ ਨਹੀਂ ਕਿਹਾ ਮਹਾਰਾਜ ਮੇਰੇ ਤੇ ਸਮਾਂ ਕੈਸਾ ਚੱਲ ਰਿਹਾ, ਇਹ ਨਹੀਂ ਕਿਹਾ। ਅੱਜ ਅਸੀਂ ਖੁਦ ਗਰਜ ਹੋ ਗਏ, ਮਹਿੰਗੀਆਂ ਗੱਡੀਆਂ ਕੋਠੀਆਂ ਕਾਰਾਂ ਵਿੱਚ ਬਈਆਂ, ਮਹਿੰਗੇ ਮਹੱਲ ਪ੍ਰਾਪਰਟੀਆਂ ਬਣਾ ਲਈਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਗਏ, ਇਸ ਬਾਬੇ ਦੇ ਘਰ ਨੂੰ ਭੁੱਲ ਗਏ। ਖਾਲਸਾ ਜੀ ਕਿਸੇ ਇਨਸਾਨ ਦੇ ਕੋਲੋਂ ਕਿਤੇ ਲੋੜ ਪੈਂਦੇ ਛੋਟਾ ਪੈਨ ਲੈ ਲਈਏ ਕੁਝ ਲਿਖਣ ਵਾਸਤੇ, ਜਦੋਂ ਵਾਪਸ ਕਰਦੇ ਆ ਨਾ, ਇਹ ਸੁਭਾਵਿਕ ਗੱਲ ਇਹਨੂੰ ਕਹਿੰਦੇ ਭਾਈ ਜੀ ਤੁਹਾਡਾ ਥੈਂਕ ਯੂ, ਤੁਹਾਡਾ ਧੰਨਵਾਦ ਆ। ਉਹ ਇਨਸਾਨਾ ਕਦੇ ਉਸ ਗੁਰੂ ਦਾ ਵੀ ਧੰਨਵਾਦ ਕੀਤਾ ਜਿਨੇ ਤੈਨੂੰ ਮਨੁੱਖਾ ਦੇ ਹੀ ਦਿੱਤੀ ਹੈ, ਕਦੀ ਧੰਨਵਾਦ ਕੀਤਾ ਨਹੀਂ ਕੀਤਾ। ਖਾਲਸਾ ਜੀ ਇਹੀ ਦੁੱਖ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣਦੇ ਆ ਮੰਨਦੇ ਆ, ਅੱਗੇ ਕਹਿੰਦੇ ਨੇ ਕੋਈ ਗੱਲ ਨਹੀਂ ਫੇਰ ਸਹੀ। ਕਿਸੇ ਬਜ਼ੁਰਗ ਨੂੰ ਕਹਿ ਦਈਏ ਨਾ, ਬਜ਼ੁਰਗਾ ਤੇਰੀ 50 ਸਾਲ ਉਮਰ ਹੋ ਗਈ ਹੈ, ਤੂੰ ਅੰਮ੍ਰਿਤ ਛਕ ਲਾ, ਉਹ ਕਹੂਗਾ ਕੋਈ ਗੱਲ ਨਹੀਂ ਪੋਤਰਾ ਵਿਆਹ ਲਈਏ ਫੇਰ ਛਕ ਲਾਂਗੇ। ਦੱਸ ਉਹਨੂੰ ਬੰਦਾ ਪੁੱਛੇ ਤੂੰ ਪਰਮਿਟ ਲੈ ਕੇ ਆਇਆ ਕਿ ਪੋਤਰੇ ਵਿਆਹ ਤੇ ਤੂੰ ਜਿੰਦਾ ਰਵੇਂਗਾ? ਇਹ ਜ਼ਿੰਦਗੀ ਦਾ ਕੀ ਪਰਿਭਾਸ਼ਾ, ਜਿਵੇਂ ਪਾਣੀ ਵਿੱਚ ਪਤਾਸਾ, ਪਤਾ ਨਹੀਂ ਕਦੋਂ ਬੁਲਬੁਲਾ ਫੁੱਟ ਜਾਣਾ। ਖਾਲਸਾ ਜੀ ਰਹਿੰਦੀ ਜ਼ਿੰਦਗੀ ਆਪਣੇ ਸਵਾਸਾਂ ਰੂਪੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇਵੋ, ਜੇ ਦੁਨੀਆ ਵਿੱਚ ਕੁਝ ਖੱਟਣਾ ਚਾਹੁੰਦੇ ਜੇ। ਆ ਤੱਕਿਓ ਖਾਲਸਾ ਜੀ, ਗੁਰੂ ਮੇਰੇ ਬਾਬੇ ਨਾਨਕ ਨੇ ਅਲੌਕਿਕ ਚੋਟ ਕੀਤੇ, ਦੁਨੀਆ ਉੱਪਰ ਜ਼ਿੰਦਗੀ ਗੁਜ਼ਾਰੀ, ਇੱਕ ਇੱਕ ਪਲ ਇੱਕ ਇੱਕ ਸਵਾਸ ਇਹ ਸੰਗਤ ਦੇ ਲੇਖੇ ਲਾ ਦਿੱਤਾ। ਥਾਂ ਥਾਂ ਉਹਨਾਂ ਨੇ ਪਰਉਪਕਾਰ ਕੀਤੇ। 70 ਸਾਲ 5 ਮਹੀਨੇ 3 ਦਿਨ ਦੀ ਜ਼ਿੰਦਗੀ ਬਤੀਤ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। 70 ਸਾਲ 5 ਮਹੀਨੇ ਤੇ 3 ਦਿਨ, ਔਰ ਉਸ ਜ਼ਿੰਦਗੀ ਦੇ ਅੰਦਰ ਜੁਗਾਂ ਜਿੱਡਾ ਪਰਉਪਕਾਰ ਕਰਕੇ ਖਾਲਸਾ ਜੀ, ਜੁਗਾਂ ਜਿੱਡਾ। ਪਰ ਯਾਦ ਰੱਖੋ ਇੱਕ ਗੱਲ ਹੋਰ ਨਾਲ, ਉਹਨਾਂ ਦੇ ਆਉਣ ਤੋਂ ਪਹਿਲਾਂ ਕਈ ਪੀਰ ਪੈਗੰਬਰ ਔਲੀਏ ਮੱਛਕਸ਼ ਔਲੀਏ ਅਵਤਾਰ ਆਏ, ਪਰ ਉਹਨਾਂ ਦੇ ਆਉਣ ਦੇ ਨਾਲ ਕਿਸੇ ਇਲਾਕੇ ਦਾ ਨਾਮ ਨਹੀਂ ਬਦਲਿਆ। ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਖਾਲਸਾ ਜੀ ਜਦੋਂ ਉਹਨਾਂ ਨੇ ਅਵਤਾਰ ਧਾਰਨਾ ਕੀਤਾ ਔਰ ਰਾਏਪੁਰੇ ਦੀ ਤਲਵੰਡੀ ਧਰਤੀ ਪਾਕਿਸਤਾਨ ਦਾ ਨਾਮ ਬਦਲ ਗਿਆ, ਨਾਂ ਰੱਖ ਦਿੱਤਾ ਨਾਨਕ ਆਣਾ, ਨਨਕਾਣਾ ਸਾਹਿਬ ਪੈ ਗਿਆ, ਕਿਉਂਕਿ ਉੱਥੇ ਮੇਰੇ ਪਾਤਸ਼ਾਹ ਨੇ ਆਪਣੇ ਚਰਨ ਪਾ ਦਿੱਤੇ। ਆ ਤੱਕਿਓ ਉਹਨਾਂ ਦੇ ਚੋਜ ਬਹੁਤ ਨੇ। ਇੱਕ ਚੀਜ਼ ਮੈਂ ਕਹਿ ਕੇ ਖਮਦ ਜੱਜ ਹੋ ਜਾਣਾ, ਗੁਰੂ ਬਾਬਾ ਨਾਨਕ ਜੀ ਨੇ ਆਓ ਸ੍ਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿੱਥੇ ਜ਼ਿੰਦਗੀ ਦੇ 32 ਵਰੇ ਗੁਜ਼ਾਰੇ, ਉੱਥੇ ਉਹਨਾਂ ਨੇ ਮੋਦੀ ਖਾਨੇ ਵਿੱਚ ਬੈਠ ਕੇ 13 ਤੋਲਿਆ। ਅੱਜ ਬਹੁਤੇ ਪ੍ਰਚਾਰਕ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਗਿਣਤੀ ਦੇ ਅਨੁਸਾਰ ਚੱਲੇ, ਤੇ ਜਦੋਂ 13 ਆਏ ਤਾਂ ਉਸ ਤੋਂ ਬਾਅਦ 13 ਕਹਿਣ ਲੱਗ ਪਏ। ਨਹੀਂ, ਗਿਣਤੀ ਨਾਲ ਨਹੀਂ ਚੱਲੇ। ਜਦੋਂ 13 ਆਇਆ ਉਦੋਂ ਮਨ ਦਾ ਸਾਰਾ ਕੁਝ ਬਲਬਲਾ ਮਿਟ ਗਿਆ। कहता महाराज हो नाही का शाहे ना मोरा, जो किश है सो तेरा। 13 कह के दुनिया दियां झोलियां भरियां। खालसा जी अज भी यहो दर ऐसा है जिथों झोलियां भरियां जांदियां ने। आ तकियो एक शहर लिखदा, कहंदा लाके चौंकड़ा अंतर ध्यान होके मेरा बाबा है सुरता टकाई बैठा, हथकार वाले चित जार वाले दिलों सच्ची प्रीत है पाई बैठा। दिल विच ना कपट फरेब कोई, दुनियादारी दा मोह भुलाई बैठा। अखां सलियां दुनिया दे दर्द अंदरा, ओ तां गीत प्यार दे गाई बैठा। ठंड पै जांदी ओदे दर्श करके जदों सत करतार बाबा बोलदा है मोदी खाने विच पारस दी बैठ के ते 13 कह के नानक तोलदा है।
करी बंद बैठा अखा करी बंद बैठा अन तोली जामदा मुखों बस इको तेरा तेरा बोली जामदा अखा करी बंद बैठा बुलावे ओ ना किसे नु बुलावदा मुखों बस इको तेरा तेरा बोली जामदा अखा करी बंद बैठा ओ ना मंगे किसे कोलो अन्न दा भी मुल नहीं मोती खाने करी जावे बैठा वड्डी फुल्ल के पलाई ओदी तरस है आमदा मुखों बस इको तेरा तेरा बोली जामदा अखा करी बंद बैठा डर क्यों ना दिल तेल आमदा मुखों बस इको तेरा तेरा बोली जामदा अखा करी बंद बैठा मल्लो मल्ली चार नाच मल्लो मल्ली चार नाच मन जुड़ी जामदा मुखों बस इको तेरा तेरा बोली जामदा अखा करी बंद बैठा अखा करी बंद बैठा अन तोली जामदा मुखों बस इको तेरा तेरा बोली जामदा अखा करी बंद बैठा अखा करी बंद बैठा अखा करी बंद बैठा। गुरु नानक पातशाह महाराज सुल्तानपुर लोधी की धरती ते मोदी खाने में बैठ के 13-13 कह के तोली जा रहे ने। गरीब आउंदा है, अमीर आउंदा है, सबना नू चादर विछाउण दा होका दिता जांदा है, विछा लो चादर।
ਚਾਦਰ ਵਿਛਾਈ ਜਾਂਦੀ ਹੈ, ਭਰ ਭਰ ਕੇ ਛਾਬੇ ਮੇਰਾ ਬਾਬਾ ਪਾਈ ਜਾਂਦਾ ਹੈ। ਕਿਸੇ ਤੋਂ ਪੈਸਾ ਨਹੀਂ ਲੈਂਦਾ। ਕੋਈ ਕਿਤੋਂ ਵੀ ਚੱਲ ਕੇ ਆ ਗਿਆ, ਉਹਨੂੰ ਰਹਿਮਤਾਂ ਦੇ ਨਾਲ, ਵਸਤੂਆਂ ਦੇ ਨਾਲ ਭਰਪੂਰ ਕਰਕੇ ਤੋਰਿਆ ਗੁਰੂ ਨਾਨਕ ਪਾਤਸ਼ਾਹ ਨੇ। ਅੱਜ ਸਮੁੱਚੀ ਸਾਧ ਸੰਗਤ ਜਿੱਥੇ ਬਾਬਾ ਨਾਨਕ ਸਿੰਘ ਸਾਹਿਬ ਜੀ ਦਾ 150 ਸਾਲਾ, ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬਣਾ ਰਹੇ ਹੋ। ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਹਾਂ। ਜਿੰਨਾ ਕਿ ਸਮਾਂ ਇਸ ਨਿਮਾਣੇ ਦੇ ਢਾਡੀ ਜਥੇ ਨੂੰ ਹੁਕਮ ਹੋਇਆ ਸੀ, ਆਪ ਪ੍ਰਭ ਵਰਗੀ ਸੰਗਤ ਦੇ ਦਰਸ਼ਨ ਦੀਦਾਰੇ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਜੋ ਗੀਤ ਅਸੀਂ ਹੁਣ ਆਪ ਜੀ ਦੇ ਨਾਲ ਸਾਂਝ ਪਾਈਏ, ਇਹ ਗੀਤ ਕੁਝ ਦਿਨ ਪਹਿਲਾਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਰਿਲੀਜ਼ ਕਰਵਾਇਆ। YouTube ਉੱਪਰ ਇਹ ਚੱਲ ਰਿਹਾ। ਆਪ ਸਾਰੀ ਰੱਬ ਵਰਗੀ ਸੰਗਤ, ਗਿਆਨੀ ਸਤਨਾਮ ਸਿੰਘ ਸੰਘਾ ਤਰਨ ਤਰਨ ਵਾਲੇ ਢਾਡੀ ਜੱਥਾ ਭਰ ਕੇ ਗੀਤ ਨੂੰ ਸੁਣ ਸਕਦੇ ਹੋ। ਪਿਆਰ ਅਸੀਸਾਂ ਬਖਸ਼ਿਓ। ਸੰਗਤ ਦਾ ਪਿਆਰ ਹੈ ਖਾਲਸਾ ਜੀ, ਸਦਾ ਬੁਲਾਰੇ ਨੂੰ ਚਾਰ ਚੰਨ ਲਾਉਂਦਾ ਹੈ। ਅਸੀਸ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿੰਨੀਆਂ ਰਹਿਮਤਾਂ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਨਿਮਾਣੇ ਜੇ ਸਿੱਖ ਉੱਪਰ ਕਰਦੇ ਨੇ ਨਾ, ਕਰਾਉਣ ਵਾਲਾ ਹੋਣਾ ਚਾਹੀਦਾ ਪਿਆਰਿਓ। ਉਹਦੇ ਕਰ ਕਿਸੇ ਚੀਜ਼ ਦਾ ਘਾਟਾ ਨਹੀਂ ਜੀ। ਸਾਨੂੰ ਜਾਚ ਨਹੀਂ, ਅਸੀਂ ਇਹ ਦਰ ਛੱਡ ਕੇ ਹੋਰ ਦਰਾਂ ਦੇ ਉੱਪਰ ਭਟਕਦੇ ਫਿਰਦੇ ਆਂ। ਹੋਰ ਸਭੇ ਢਾਈਆਂ ਢੇਰੀਆਂ, ਇੱਕ ਤੱਕਿਆ ਆਸਰਾ ਤੇਰਾ। ਇਹ ਜਪਿਆ ਕਰੋ ਮਹਾਰਾਜ। ਸਭਨਾਂ ਦੀਆਂ ਆਸਾਂ ਲਾ ਦਿੱਤੀਆਂ, ਰਿਸ਼ਤੇਦਾਰਾਂ ਤੋਂ ਆਸਾਂ ਲਾ ਦਿੱਤੀਆਂ। ਮਾਲਕਾ ਇੱਕ ਤੇਰੇ ਤੇ ਆਸਾਂ ਹੀ ਤੂੰ ਸਾਡੀਆਂ ਝੋਲੀਆਂ ਭਰਨੀਆਂ, ਭਾਵੇਂ ਅੱਜ ਭਰਤੇ ਭਾਵੇਂ ਕੱਲ ਭਰਦੇ। ਇੱਕ ਦਿਨ ਤਾਂ ਤਰਸ ਕਰਦਾ ਹੀ ਆ ਨਾ। ਬਹੁਤ ਬਹੁਤ ਧੰਨਵਾਦ ਬਾਬਾ ਜੀ ਹੁਣਾਂ ਦਾ, ਜੋ ਇਸ ਠਾਠ ਦੇ ਮੁੱਖ ਸੰਚਾਲਕ ਨੇ। ਖਾਲਸਾ ਜੀ, ਹਿੰਦੁਸਤਾਨ ਦੇ ਅੰਦਰ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਮੇਰੇ ਬਾਬੇ ਨਾਨਕ ਦੇ ਦਰਬਾਰ ਬਣੇ ਹੋਏ ਨੇ, ਉੱਥੇ ਧੰਨ ਧੰਨ ਬਾਬਾ ਨਾਨਕ ਸਿੰਘ ਸਾਹਿਬ ਜੀ ਦੀਆਂ ਠਾਠਾਂ ਹਰ ਇਲਾਕੇ ਅੰਦਰ ਬਣੀਆਂ ਨੇ। ਇੱਕ ਗੱਲ ਮੈਂ ਹੋਰ ਕਹਿ ਜਾਵਾਂ, ਜਿੱਥੇ ਅੱਜ ਦਿੱਲੀ ਦੇ ਅੰਦਰ ਕਿਸਾਨ ਬਹੁਤ ਵੱਡਾ ਇੱਕ ਰੋਸ ਲੈ ਕੇ ਇਕੱਠੇ ਹੋ ਰਹੇ ਨੇ, ਉੱਥੇ ਵੀ ਇਹ ਜਥੇਬੰਦੀ, ਇਹ ਸੰਪਰਦਾ ਪਹੁੰਚੀ ਹੈ। ਇਸ ਠਾਠ ਤੇ ਬਾਬਾ ਰਾਜਿੰਦਰ ਸਿੰਘ ਦੀ ਜੋਨੀ, ਮੋਗੇ ਤੋਂ ਤਖਾਨਵੱਧ ਠਾਠ ਵਾਲੇ, ਉਹਨਾਂ ਦਾ ਦਾਸਰੇ ਨਾਲ ਬਹੁਤ ਨੇੜਤਾ ਵਾਲਾ ਪਿਆਰ ਹੈ। ਬੜੀ ਰੱਬ ਰੰਗੀ ਰੂਹ ਹੈ। ਉਹ ਵੀ ਆਪਣੇ ਜਥੇਬੰਦੀ ਲੈ ਕੇ ਉੱਥੇ ਪਹੁੰਚੇ ਨੇ, ਲੰਗਰ ਲਗਾਏ ਹੋਏ ਨੇ। ਖਾਲਸਾ ਜੀ, ਇਹ ਲੰਗਰ ਦੀ ਪਰੰਪਰਾ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਤੋਂ ਚਲਾਈ। ਪਰ ਜੇ ਕਿਤੇ ਉਹਨਾਂ ਨੇ ਇਹੋ ਲੰਗਰ 100 ਰੁਪਏ ਦਾ ਚਲਾਇਆ ਹੁੰਦਾ ਨਾ, ਅੱਜ ਸਾਨੂੰ ਘਰਾਂ 'ਚ ਪਕਾਉਣ ਦੀ ਲੋੜ ਨਹੀਂ ਸੀ ਪੈਣੀ, ਟਿਫਨਾਂ ਰਾਹੀਂ ਆਇਆ ਕਰਨਾ ਸੀ। ਉਹੀ ਲੰਗਰ ਆ। ਜੇ ਕਿਤੇ ਦੁੱਧ ਦੀ ਲੋੜ ਪੈ ਗਈ, ਦੁੱਧ ਦੇ ਲੰਗਰ ਚੱਲ ਗਏ। ਜੇ ਕਿਤੇ ਹੜ ਆ ਗਿਆ, ਗਰੀਬਾਂ ਨੂੰ ਹਰ ਚੀਜ਼ ਦੀ ਲੋੜ ਪੈ ਗਈ, ਤਾਂ ਵੀ ਲੰਗਰ ਲੱਗ ਗਏ। ਅੱਜ ਦਿੱਲੀ ਦੇ ਵਿੱਚ ਜਾ ਕੇ ਵੇਖ ਲਓ ਖਾਲਸਾ ਜੀ, ਜਿਹੜੇ ਘਰਾਂ ਤੋਂ ਗਏ ਉਹ ਅੰਨ ਪਾਣੀ ਨਹੀਂ ਲੈ ਕੇ ਗਏ। ਉਹਨਾਂ ਨੂੰ ਪਤਾ ਸੀ ਉੱਥੇ ਕਿਸੇ ਚੀਜ਼ ਦੀ ਥੋੜ ਨਹੀਂ ਆਉਣੀ। ਇਹ ਮੌਕੇ ਦੀਆਂ ਸਰਕਾਰਾਂ ਜੋ ਮਰਜ਼ੀ ਕਰ ਲੈਣ, ਇਹ ਦਿੱਲੀ ਦੇ ਪਲਾਂ ਦੀ ਖੇਡ ਇਹ ਖਤਮ ਕਰਨੀ ਖਾਲਸਾ ਜੀ। ਇਹ ਬਹੁਤ ਵਾਰ ਜਿੱਤੀ ਆ ਖਾਲਸੇ ਨੇ। ਹੁਣ ਵੀ ਖਾਲਸਾ ਚੜ੍ਹਾਈਆਂ ਕਰਕੇ ਚੜ ਗਿਆ। ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ, ਸਭ ਸੰਪਰਦਾਵਾਂ ਪਹੁੰਚ ਗਈਆਂ ਨੇ। ਇਹ ਆਪਣੀਆਂ ਮੰਗਾਂ ਲੈ ਕੇ ਆਉਣਗੇ, ਕਿਉਂਕਿ ਇਹ ਤੁਰੇ ਨੇ ਅਰਦਾਸਾਂ ਸੋਧ ਕੇ। ਜਦੋਂ ਅਰਦਾਸ ਸੋਧ ਕੇ ਤੁਰ ਗਏ ਨਾ, ਪਹਿਲਾਂ ਆਗਿਆ ਗੁਰਾਂ ਦੇ ਕੋਲੋਂ ਲੈ ਲਈਏ, ਫੇਰ ਕੰਮ ਕੀਤਾ ਲੋੜੀਏ। ਜਦੋਂ ਆਗਿਆ ਲੈ ਲਈਏ ਨਾ, ਫਿਰ ਮੇਰੇ ਪਾਤਸ਼ਾਹ ਵਾਲ ਨਾ ਵਿੰਗਾ ਹੋਵਾ, ਵਿੱਚ ਕਰਤਾ ਪੁਰਖ ਖਲੋਆ। ਉਹ ਵਿੱਚ ਖਲੋ ਕੇ ਸਾਰੇ ਕਾਰਜ ਆਪ ਸਹਾਈ ਹੋ ਕੇ ਕਾਰਜ ਰਾਸ ਕਰਦੇ ਨੇ। ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰੀਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਬੜੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਖਾਲਸਾ ਜੀ, ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਦਰਬਾਰ ਦੇ ਦਰਸ਼ਨ ਦੀਦਾਰੇ ਕੀਤੇ ਨੇ। ਲਾਗੇ ਪ੍ਰੋਗਰਾਮ ਤੇ ਆਏ ਹਾਂ ਗੁਰਦੁਆਰਾ ਸ੍ਰੀ ਘੜਿਆਲਾ ਘਾਟ ਵਿਖੇ, ਔਰ ਸਤਿਕਾਰਯੋਗ ਪਿਤਾ ਸਮਾਨ ਗਿਆਨੀ ਸਤਨਾਮ ਸਿੰਘ ਸਾਹਿਬ ਜੀ ਦਾ ਬਾਬਾ ਜੀ ਨਾਲ ਬਹੁਤ ਨੇੜਤਾ ਵਾਲਾ ਪਿਆਰ ਹੈ। ਉਹਨਾਂ ਬਾਬਾ ਜੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਆਪਣੇ ਬੱਚਿਆਂ ਦਾ ਢਾਡੀ ਜੱਥਾ ਬਾਬਾ ਜੀ ਪੰਜਾਬ ਤੋਂ ਆਇਆ ਹੋਇਆ, ਆਪਾਂ ਉਹਨਾਂ ਦੀ ਹਾਜ਼ਰੀ ਲਵਾਈਏ, ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਈਏ। ਮੈਂ ਮਹਾਂਪੁਰਖਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਹਨਾਂ ਦੇ ਲਫ਼ਜ਼ਾਂ ਦੇ ਉੱਪਰ ਫੁੱਲ ਚੜੇ, ਕਹਿਣ ਲੱਗੇ ਕੋਈ ਗੱਲ ਨਹੀਂ, ਆਉਣ ਦਿਓ, ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਵਾਂਗੇ। दास ज्ञानी सतनाम सिंह संघा, मेरे ढाडी साथी बीबी कमलजीत कौर, बीबी हरवीर कौर सरंगी, मास्टर वीर जसकरण सिंह जी रामियाना। आओ खालसा जी, जे तो साडी सेवा हुई है प्रवान, फिर गूंज पाउंदियां फतेह दा जवाब फतेह विच देना है।
ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਜੁੜਨਾ ਕਿਹਦੇ ਨਾਲ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਹੋਰ ਕਿਤੇ ਭਟਕਣ ਦੀ ਲੋੜ ਨਹੀਂ। ਸਮੁੱਚੀ ਸੰਗਤ ਨੂੰ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਆਪ ਜੀ ਤੋਂ ਅਸੀਸ ਲੈ ਰਹੇ ਹਾਂ। ਦੇਹੋ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸੋ ਮੇਲ, ਆਪ ਜੀ ਦੀ ਅਸੀਸ ਲੈ ਰਹੇ। ਮੋਹੇ ਪਰਦੇਸਨ ਦੂਰ ਸੇ ਆਈ, इथों आशीर्वाद सदका मेरे पातशाह तो लैकर के पंजाब नूं चाले पा देने आ। सतगुर सच्चे पातशाह कृपा करन, साडे उपर सहाई होमन, साडियां इच्छा साडियां मंगां आप गुर मर्यादा अनुसार पूरियां करन। भुचक दी खिमा गूंज पाउंदे आखो जी वाहिगुरू जी का खालसा वाहिगुरू जी की फतेह जी।